ਹੁਣ ਇਹਦੇ ਮਨ ਦੀ ਵਿਚਾਰ ਇਹ ਹੈ ਕਿ ਇਹ ਵਸਤੂਆਂ ਮੈਂ ਮਹਾਰਾਜ ਕੋਲੋਂ ਲੈ ਲਵਾਂ। ਕਿਵੇਂ ਲਵਾਂ? ਰਾਜਨੀਤੀ ਦੇ ਚਾਰ ਰਾਜ ਨੇ, ਸਮ, ਦਮ, ਭੇਦ ਤੇ ਦੰਡ। ਦੋ ਜਿਹੜੇ ਰਾਜਨੀਤੀ ਦੇ ਨਾਂ ਨੇ, ਸਮ ਤੋਂ ਭਾਵ ਹੁੰਦਾ ਸਮਤਾ ਕਰਨੀ, ਮਿੱਤਰਤਾ ਕਰਨੀ, ਮਿੱਤਰ ਬਣਾ ਕੇ ਕੋਈ ਚੀਜ਼ ਠੱਗ ਲੈਣ। ਨਈ ਗੱਲ ਬਣ ਰਹੀ ਹੈ ਕਿ ਦੂਜਾ ਦਾਨ ਹੁੰਦਾ ਦਮ ਤੋਂ ਭਾਵ ਨਮੜਾ, ਨਾਮ ਨਮੜੇ, ਨਮੜਾ ਦੇ ਕੇ ਮਾਇਆ ਦਾ ਲਾਲਚ ਸੁੱਟ ਕੇ ਤੇ ਕੰਮ ਕਰਦਾ। ਰਸਤੇ ਵਿੱਚ ਜਾਂਦਾ ਸੋਚਦਾ ਹੈ ਇਹ ਦੋ ਦਾਨ ਵਿੱਚੋਂ ਇੱਕ ਦਾਨ ਤੇ ਮੇਰਾ ਕੰਮ ਜ਼ਰੂਰ ਕਰੇਗਾ, ਪਰ ਜੇ ਇਹ ਦੋਵੇਂ ਦਾਨ ਨਾ ਕੰਮ ਕੀਤੇ ਤੇ ਫਿਰ ਮੈਂ ਤੀਜਾ ਦਾਨ ਮਿਲਾਂਗਾ। ਕਿਹੜਾ ਦਾਨ ਆਵੇਗਾ ਉਹ ਆਪਾਂ ਅੱਜ ਸਰਵਣ ਕਰਨ ਲੱਗੇ ਆ। ਆਓ ਮਨ ਦਾ ਧਿਆਨ ਲਗਾਓ। ਮਿਲ ਗਿਆ ਕਿ ਇਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹਨੂੰ ਦੋਏ ਤੇਰੇ ਕਾਜ ਨਾ ਬਣਨ। ਜੇ ਮੇਰੇ ਦੋ ਦਾਨ, ਇੱਕ ਹੈ ਸਮ ਤੋਂ ਭਾਵ ਮਿੱਤਰਤਾ, ਦੂਜਾ ਹੈ ਨਾਮ ਨਮੜਾ, ਜੇ ਇਹ ਦੋ ਮੇਰੀਆਂ ਨੀਤੀਆਂ ਕੰਮ ਨਾ ਕੀਤੀਆਂ, ਦੋ ਦਾ ਮੇਰੇ ਨਾ ਲੱਗੇ ਮਹਾਰਾਜ ਦੇ ਅੱਗੇ, ਤੇ ਫਿਰ ਮੈਂ ਇਸ ਤਰ੍ਹਾਂ ਕਰਨਾ ਹੈ। ਫਿਰ ਮੈਂ ਤੀਜਾ ਦਾਨ ਖੇਲਾਂਗਾ। ਤੀਜਾ ਦਾਨ ਕੀ ਹੁੰਦਾ? ਆਪਣੇ ਵਿਰੋਧੀ ਦਾ ਭੇਦ ਲੈਣਾ। ਇਹਦੇ ਕੋਲ ਸੂਰਮੇ ਕਿੰਨੇ ਨੇ, ਇਹਦੇ ਕੋਲ ਕੰਮਕਾਰ ਕਰਨ ਵਾਲੇ ਕਿੰਨੇ ਨੇ, ਇਹਦੇ ਵਿਸ਼ਵਾਸ ਪਾਤਰ ਕਿੰਨੇ ਨੇ, ਵਿਕਣ ਵਾਲੇ ਕਿੰਨੇ ਨੇ। ਫਿਰ ਮੈਂ ਭੇਜ ਲਵਾਂਗਾ ਮਹਾਰਾਜ ਦੇ ਘਰ। ਆਪਣੇ ਵਜ਼ੀਰ ਭੇਜਾਂਗਾ, ਗੁਪਤਚਰ ਭੇਜਾਂਗਾ, CID ਵਾਲੇ ਭੇਜਾਂਗਾ, ਅਨੰਦਪੁਰ ਸਾਹਿਬ ਦੇ ਵਿੱਚ ਆਉਣਗੇ, ਮਹਾਰਾਜ ਦਾ ਭੇਦ ਲੈਣਗੇ ਤੇ ਮੈਨੂੰ ਜਾ ਕੇ ਦੱਸਣਗੇ। ਫਿਰ ਮੈਂ ਭੇਦ ਲੈ ਕੇ ਨਾ ਮਹਾਰਾਜ ਦਾ, ਤੇ ਫਿਰ ਮੈਂ ਆਪਣੇ ਕੰਮ ਨੂੰ ਅੰਜਾਮ ਦੇਵਾਂਗਾ। ਫਿਰ ਮੈਂ ਤੀਜਾ ਫੈਸਲਾ ਵਰਤਣਾ ਹੈ। ਸੋ ਕਹਿਣ ਲੱਗੇ ਪਰ ਕੇ ਭਾਵ, ਪਰ ਕੇ ਤੋਂ ਭਾਵ ਹੁੰਦਾ ਪਰਾਏ ਦੇ, ਦੂਜੇ ਦੇ। ਮੈਂ ਆਪਣੇ ਦੁਸ਼ਮਣ ਦੇ ਵੇਖਾਂਗਾ। ਦੁਸ਼ਮਣ ਨੇ ਨਾ ਸਤਿਗੁਰੂ ਹੁਣ ਕਰ ਲਗੇ ਇਸ ਦੇ। ਮੈਂ ਸਤਿਗੁਰਾਂ ਨੂੰ ਦੁਸ਼ਮਣ ਜਾਣ ਕੇ ਵੇਖਾਂਗਾ ਵੀ ਮਹਾਰਾਜ ਦੇ ਕੋਲ ਸੂਰਮੇ ਕਿੰਨੇ ਨੇ, ਮਹਾਰਾਜ ਕੋਲ ਵਜ਼ੀਰ ਕਿੰਨੇ ਨੇ, ਸਲਾਹਕਾਰ ਕਿੰਨੇ ਨੇ, ਕਿ ਮੈਂ ਸਾਰਾ ਭੇਦ ਲੈਣਾ ਕਰਾਂਗਾ। ਕਿੰਨੇ ਕੁ ਮਹਾਰਾਜ ਦੀਆਂ ਦੇ ਸਕੇ ਨੇ ਮਿੱਤਰ ਜਿਹੜੇ ਮਹਾਰਾਜ ਵਾਸਤੇ ਜਾਨ ਦੇ ਸਕਣ, ਤੇ ਕਿੰਨੇ ਕੁ ਨੇ ਜਿਹੜੇ ਪੈਸੇ ਖਾਤਰ ਵਿਕ ਜਾਣਗੇ। ਇਹ ਸਾਰਾ ਭੇਦ ਮੈਂ ਮਹਾਰਾਜ ਦੀਆਂ ਦਾ ਪੂਰਾ ਕਰਾਂਗਾ। ਇਹ ਪਰਾਏ ਦੇ ਬੰਦਿਆਂ ਨੂੰ ਅਪਣਾ ਲੈ। ਇਹ ਗੱਲ ਆਖਦੀ ਹੈ ਸਮ ਦੇ ਨਾਲ ਮਿੱਤਰਤਾਈ ਨਾਲ ਕੰਮ ਨਹੀਂ ਹੋਇਆ ਤੇ ਦਬੜੇ ਨਾਲ ਕਰੀਏ, ਦਬੜੇ ਨਾਲ ਨਹੀਂ ਹੋਇਆ ਤੇ ਫਿਰ ਦੁਸ਼ਮਣ ਦਾ ਭੇਦ ਪਾ ਲਵੋ। ਮਿੱਠੇ ਬਣ ਜਾਓ, ਚੰਗੇ ਬਣ ਜਾਓ, ਆਪਣੇ ਬੰਦੇ ਉਹਦੇ ਵਿੱਚ ਛੱਡ ਦੇਵੋ, ਉਹਦਾ ਪੂਰਾ ਭੇਦ ਆ ਜਾਵੇ। ਇਹਦੇ ਮਿੱਤਰ ਕਿੰਨੇ ਨੇ, ਦੁਸ਼ਮਣ ਕਿੰਨੇ, ਵਿਰੋਧੀ ਕਿੰਨੇ ਬਣਨਾ ਚਾਹੁੰਦੇ, ਵਿਕਨੇ ਕਿੰਨਾ ਚਾਹੁੰਦੇ ਨੇ, ਵਫਾਦਾਰ ਕਿੰਨੇ ਨੇ। ਇਹ ਸਾਰਾ ਭੇਦ ਫਿਰ ਮੈਂ ਮਹਾਰਾਜ ਜੀਆਂ ਦਾ ਪੂਰਾ ਕਰਾਂਗਾ। ਤੇ ਮੈਨੂੰ ਪਤਾ ਲੱਗ ਜਾਣਾ ਵੀ ਕਿੰਨੇ ਬੰਦੇ ਮਾਇਆ ਵਾਸਤੇ ਵਿਕਣ ਨੂੰ ਤਿਆਰ ਨੇ ਔਰ ਕਿੰਨੇ ਬੰਦੇ ਮਾਨ ਸਨਮਾਨ ਚਾਹੁੰਦੇ ਨੇ। ਕਈਆਂ ਲੋਕਾਂ ਦਾ ਮਤ ਇਹ ਹੁੰਦਾ ਹੈ ਵੀ ਸਾਨੂੰ ਮਾਇਆ ਮਿਲੇ, ਅਸੀਂ ਮਾਨ ਵੇਚ ਦਿਆਂਗੇ, ਅਸੀਂ ਉਹਦੇ ਬੰਦੇ ਵਜਾ ਕੇ ਜਿੱਧਰੋਂ ਮਾਇਆ ਮਿਲੇਗੀ। ਕਈਆਂ ਦੀ ਵਿਚਾਰ ਇਹ ਹੁੰਦੀ ਹੈ ਮੈਂ ਇੰਨੇ ਸਮੇਂ ਤੋਂ ਇੱਥੇ ਕੰਮ ਕਰਦਾ, ਮੈਨੂੰ ਉਹ ਰੁਤਬਾ ਨਹੀਂ ਮਿਲਿਆ ਜਿਹਦਾ ਮੈਂ ਹੱਕਦਾਰ ਹਾਂ, ਮੈਨੂੰ ਤੂੰ ਉਹ ਸਨਮਾਨ ਨਹੀਂ ਮਿਲਿਆ ਜਿਹੜਾ ਮਿਲਣਾ ਚਾਹੀਦਾ। ਫਿਰ ਕੀ ਕੀਤਾ ਜਾਂਦਾ ਕਿ ਰਾਜਨੀਤੀ ਵਿੱਚ ਉਹ ਸਨਮਾਨ ਦਿਵਾਉਣ ਦੀ ਗੱਲ ਕੀਤੀ ਜਾਂਦੀ ਹੈ। ਜਿਹੜਾ ਸਨਮਾਨ ਤੈਨੂੰ ਉੱਥੋਂ ਨਹੀਂ ਮਿਲਿਆ, ਆਦਰ ਉੱਥੋਂ ਨਹੀਂ ਮਿਲਿਆ, ਪਦਵੀ ਤੈਨੂੰ ਉੱਥੋਂ ਨਹੀਂ ਮਿਲੀ, ਉਹ ਤੈਨੂੰ ਮੈਂ ਦਿੰਦਾ, ਮੇਰੇ ਕੋਲ ਆ ਜਾ ਜਾਂ ਮੇਰੇ ਵੱਲ ਆ ਜਾ, ਉਹ ਸਨਮਾਨ ਦਿੱਤਾ ਜਾਂਦਾ। ਵਿਰੋਧੀ ਦੇ ਘਰੇ ਭੇਦ ਪਾ ਕੇ ਮਿੱਤਰ ਬਣਾਉਣ ਵਾਸਤੇ। ਦੁਨੀਆ ਦਾ ਸਭ ਤੋਂ ਵੱਡਾ ਕਿਲਾ ਲੰਕਾ ਦਾ ਕਿਲਾ ਬਣਿਆ ਜਾਂਦਾ, ਜਿਸ ਵਿੱਚ ਰਾਵਣ ਰਾਜ ਕਰਦਾ। ਰਾਵਣ ਦੇ ਉੱਪਰ ਹਮਲਾ ਕਰਨ ਤੋਂ ਪਹਿਲਾਂ ਭਗਵਾਨ ਰਾਮਚੰਦਰ ਦੀਆਂ ਨੇ ਇਹ ਨਾਂ ਜਿਹੜਾ ਸੀ ਉਹਦੇ ਉੱਪਰ ਵਰਤਿਆ। ਰਾਵਣ ਦੇ ਭਰਾ ਜਦੋਂ ਕਹਿੰਦੇ ਨਾ ਕਿ ਉਹ ਘਰ ਦਾ ਭੇਤੀ ਲੰਕਾ ਢਾਏ, ਭਵੀਖਣ ਨੂੰ ਆਪਣੇ ਵੱਲ ਸੱਦਿਆ, ਕਿਉਂਕਿ ਜਿਹੜਾ ਮਾਨ ਸਨਮਾਨ ਰਾਵਣ ਦੀ ਕਚਹਿਰੀ ਵਿੱਚ ਮਿਲਣਾ ਨਹੀਂ ਮਿਲਦਾ ਪਿਆ ਭਵੀਖਣ। ਤੇ ਰਾਮ ਜੀਆਂ ਨੇ ਕੋਲ ਬਿਠਾ ਕੇ ਉਸਦਾ ਰਾਜ ਤਿਲਕ ਕਰ ਦਿੱਤਾ। ਆਖਿਆ ਭਵੀਖਣ ਤੂੰ ਹੈ ਲੰਕਾਪਤੀ, ਆਉਂਦੇ ਆਖਿਆ ਆਓ ਲੰਕਾਪਤੀ। ਉਹ ਮਾਂ ਨੇ ਚਾਹੁੰਦਾ ਹੈ ਕਿ ਮੇਰੇ ਭਰਾ ਦੀ ਕਚਹਿਰੀ ਵਿੱਚ ਸਨਮਾਨ ਮਿਲੇ, ਮੈਨੂੰ ਮਰਤਬਾ ਮਿਲੇ, ਪਰ ਰਾਵਣ ਦੀ ਕਚਹਿਰੀ ਵਿੱਚ ਸਭਾ ਦੇ ਵਿੱਚ ਭਵੀਖਣ ਨੂੰ ਧੱਕੇ ਮਾਰੇ। ਹੁਣ ਉਹਨੂੰ ਮਾਇਆ ਦੀ ਲੋੜ ਨਹੀਂ ਹੈ ਕਿ ਮਾਇਆ ਦੇ ਕੇ ਉਹ ਆਪਣੇ ਵੱਲ ਕੀਤਾ ਜਾਵੇ। ਮਾਇਆ ਦੇ ਕੋਲ ਬੜੀ ਹੈ,
ਉਹਨੂੰ ਲੋੜ ਹੈ ਮੈਨੂੰ ਸਨਮਾਨ ਮਿਲੇ। ਜੇ ਸਭਾ ਵਿੱਚ ਮੇਰੀ ਬੇਪਤੀ ਹੋਈ ਹੈ, ਬੇਇੱਜ਼ਤੀ ਬਰਾਦਰੀ ਹੋਈ ਹੈ, ਮੈਨੂੰ ਦੂਸਰੀ ਥਾਂ ਤੋਂ ਸਨਮਾਨ ਮਿਲੇ ਤੇ ਮੈਂ ਆਪਣੀ ਬੇਪਤੀ ਦਾ ਬਦਲਾ ਲਵਾਂ। ਭਗਵਾਨ ਰਾਮ ਜੀ ਜਾਣਦੇ ਵੀ ਇਸ ਤਰ੍ਹਾਂ ਹੋਇਆ। ਉਹਨਾਂ ਨੇ ਭੀਖਾ ਨੂੰ ਆਪਣੇ ਵੱਲ ਕਰ ਲਿਆ, ਮਾਣ ਦਿੱਤਾ, ਗਿਆ ਤੈਨੂੰ ਅਸੀਂ ਰਾਜਾ ਬਣਾਵਾਂਗੇ, ਸਾਡੇ ਵੱਲ ਚਲੇ ਗਏ। ਸਾਰਾ ਭੇਦ ਭੀਖਾ ਨੇ ਦਿੱਤਾ ਰਾਵਣ ਦਾ। ਕਿਲਾ ਕਿੰਨਾ ਵੱਡਾ, ਸੂਰਮੇ ਕਿੰਨੇ, ਲੜਨ ਵਾਲੇ ਕਿੰਨੇ, ਕੰਮਕਾਰ ਕਰਨ ਵਾਲੇ ਕਿੰਨੇ, ਰਾਵਣ ਦੀ ਮੌਤ ਕਿਵੇਂ ਹੋਵੇਗੀ, ਕਿਲੇ ਦੇ ਦਰਵਾਜ਼ੇ ਕਿਵੇਂ ਟੁੱਟਣਗੇ, ਔਰ ਪੁਲ ਬਣਾ ਕੇ ਲੰਕਾ ਤੱਕ ਕਿਵੇਂ ਪਹੁੰਚਿਆ ਜਾ ਸਕਦਾ, ਸਾਰਾ ਭੇਦ ਭੀਖਾ ਨੇ ਦਿੱਤਾ। ਕਿਉਂ ਦਿੱਤਾ? ਕਿਉਂਕਿ ਜਿਹੜਾ ਸਨਮਾਨ ਉਦੋਂ ਮਿਲਣਾ ਸੀ ਮਿਲਿਆ ਨਹੀਂ, ਉਹ ਰਾਮ ਜੀ ਨੇ ਦਿੱਤਾ, ਗੁਨਾ ਵੱਲੋਂ ਮਿਲਿਆ। ਇਹ ਰਾਜਨੀਤੀ ਦਾ ਫੈਸਲਾ ਹੈ। ਰਾਮ ਜੀ ਨੇ ਖੇਲਿਆ, ਰਾਵਣ ਦੇ ਨਾਲ ਜੰਗ ਕਰਨ ਤੋਂ ਪਹਿਲਾਂ ਉਹ ਕਾਮਯਾਬ ਹੋਏ, ਪੁਲ ਵੀ ਬਣਿਆ, ਲੰਕਾ ਦਾ ਭੇਦ ਵੀ ਪਾਇਆ, ਜੰਗ ਵੀ ਹੋਇਆ, ਰਾਵਣ ਵੀ ਮਰਿਆ। ਇੱਥੇ ਇਹ ਜਿਹੜਾ ਜਾਂਦਾ ਪਿਆ ਭੀਮ ਚੰਦ ਰਾਜਾ, ਇਹ ਸੋਚਦਾ ਪਿਆ, ਕਹਿਣ ਲੱਗਾ ਰਾਜਨੀਤੀ ਦੇ ਦੋ ਪੈਰ ਦੇ ਖੇਲਾਂ ਨਹੀਂ ਚੱਲਣਗੇ। ਫਿਰ ਤੀਜਾ ਫੈਸਲਾ ਇਹ ਆ ਦੁਸ਼ਮਣ ਦਾ ਭੇਦ ਲੈਣਾ, ਤੇ ਦੁਸ਼ਮਣ ਦੇ ਵਿੱਚ ਕੁਝ ਬੰਦੇ ਉਹ ਨੇ ਜਿਹੜੇ ਮਾਇਆ ਖਾਤਰ ਵਿਕਣ ਨੂੰ ਤਿਆਰ ਹੁੰਦੇ, ਉਹ ਜੋ ਨੇ ਉਹਨਾਂ ਨੂੰ ਮਾਇਆ ਦੀ ਲੋੜ ਨਹੀਂ, ਕੇਵਲ ਸਨਮਾਨ ਚਾਹੀਦਾ ਹੁੰਦਾ, ਸਤਿਕਾਰ ਚਾਹੀਦਾ ਹੁੰਦਾ ਹੈ। ਜਿਵੇਂ ਰਾਮ ਜੀਆਂ ਨੇ ਭੀਖਾ ਨੂੰ ਦਿੱਤਾ ਹੈ, ਮਹਾਰਾਜ ਦੇ ਬੰਦੇ ਵੇਖਾਂਗਾ, ਵਜ਼ੀਰ ਵੇਖਾਂਗਾ, ਸਿੱਖ ਵੇਖਾਂਗਾ, ਜਿਨ੍ਹਾਂ ਨੂੰ ਸਨਮਾਨ ਨਹੀਂ ਨਾ ਮਿਲਦਾ ਹੋਵੇਗਾ ਔਰ ਸਨਮਾਨ ਚਾਹੁੰਦੇ ਹੋਣਗੇ ਅੰਦਰੋਂ, ਉਹਨਾਂ ਨੂੰ ਮੈਂ ਸਨਮਾਨ ਦਾ ਲਾਲਚ ਦੇ ਕੇ ਆਪਣੇ ਵੱਲ ਕਰਕੇ ਮਹਾਰਾਜ ਦਾ ਭੇਦ ਪਾਉਣਾ ਹੈ। ਇਸ ਤੇ ਆਪਣੋ ਕਾਰਜ ਕਰੇ, ਮੈਂ ਤੇ ਆਪਣਾ ਕੰਮ ਕਰਨਾ, ਭਾਵੇਂ ਮੈਨੂੰ ਮਾਇਆ ਦੇ ਕੇ ਬੰਦਾ ਖਰੀਦਣਾ ਪਵੇ, ਤੇ ਭਾਵੇਂ ਮੈਨੂੰ ਨੌਕਰੀ ਦਾ ਜਾਂ ਮਾਨ ਸਨਮਾਨ ਦਾ ਲਾਲਚ ਦੇਣਾ ਪਵੇ, ਮੈਂ ਕੁਝ ਵੀ ਕਰਾਂਗਾ, ਪਰ ਇਹਨਾਂ ਨੂੰ ਖਰੀਦ ਕੇ ਇਹ ਆਪਣਾ ਮੈਂ ਕੰਮ ਸਾਰਨਾ ਹੈ। ਸੋ ਮਹਿਪਾਲ ਸ਼ੁਭ ਮਤ ਧਰੇ, ਜਿਹੜੇ ਰਾਜੇ ਹੁੰਦੇ ਨੇ ਨਾ ਸ੍ਰੇਸ਼ਟ ਮਤ ਵਾਲੇ, ਰਾਜ ਭਾਗ ਜਿਨ੍ਹਾਂ ਨੂੰ ਸ੍ਰੇਸ਼ਟ ਮਤ ਦੇ ਨਾਲ ਪ੍ਰਾਪਤ ਹੋਇਆ ਹੈ। ਇਹ ਤੀਨੋਂ ਹੋਤੇ ਪੁਰਨ ਲਾਲਸ, ਇਹ ਤਿੰਨ ਕੰਮ ਹੁੰਦੇ ਨੇ ਆਪਣੀ ਲਾਲਸਾ ਪੂਰੀ ਕਰਨ ਵਾਸਤੇ। ਲਾਲਸਾ ਨਾਮ ਇੱਛਾ ਦਾ, ਆਪਣੀ ਇੱਛਾ ਪੂਰੀ ਕਰਨ ਵਾਸਤੇ ਰਾਜੇ ਨੂੰ ਜਿੰਨੇ ਦਾਗ ਖਿੱਚਣੇ ਪੈਂਦੇ ਨੇ, ਭਾਵੇਂ ਸਮ ਤੋਂ ਭਾਵ ਮਿੱਤਰਤਾ ਕਰੇ, ਨਾਮ ਤੋਂ ਭਾਵ ਦਬੜਾ ਦੇਵੇ, ਤੇ ਭਾਵੇਂ ਤੀਜਾ ਕੰਮ ਜਿਹੜਾ ਹੈ ਉਹ ਹੈ ਭੇਦ ਲੈਣਾ, ਦੁਸ਼ਮਣ ਦਾ ਭੇਦ ਪਾ ਕੇ ਵਿੱਚ ਬੰਦੇ ਛੱਡ ਕੇ ਮਾਨ ਸਨਮਾਨ ਦਾ ਲਾਲਚ ਦੇ ਕੇ ਕੰਮ ਕਰਾਉਣਾ। ਇਹ ਸਿਆਣੇ ਰਾਜੇ ਕੋਲ ਕਿਹੜੇ ਨੀਤੀਆਂ ਹੁੰਦੀਆਂ ਆਪਣਾ ਕੰਮ ਸਿੱਧਾ ਕਰਨ ਵਾਸਤੇ। ਬਹੁਤ ਨਾ ਕਰੇ ਲਰਨ ਕੋ ਆਲਸ, ਇਹ ਫਿਰ ਜੇ ਤਿੰਨੇ ਨਾ ਦਾ ਲੱਗਣ, ਤਿੰਨੇ ਦਾ ਚੱਲਣ ਨਾ, ਦੁਸ਼ਮਣ ਦਾ ਬੰਦਾ ਵਿਕਣ ਨੂੰ ਵੀ ਤਿਆਰ ਨਾ ਹੋਵੇ, ਸਨਮਾਨ ਵਾਸਤੇ ਵੀ ਨਾ ਮੇਰੇ ਵੱਲ ਆਏਗਾ, ਤੇ ਫਿਰ ਚੌਥਾ ਦਾ ਮੇਰੇ ਕੋਲ ਇਹ ਆ ਵੀ ਮੈਂ ਲੜਾਈ ਦੇ ਵਿੱਚੋਂ ਫਿਰ ਆਲਸ ਨਹੀਂ ਕਰਾਂਗਾ। ਇਹ ਨਹੀਂ ਸੋਚਾਂਗਾ ਵੀ ਲੜਾਈ ਵਿੱਚ ਇੰਨੇ ਘੋੜੇ ਮਰ ਜਾਣਗੇ, ਇੰਨੇ ਹਾਥੀ ਮਰ ਜਾਣਗੇ, ਇੰਨੇ ਸਿਪਾਹੀ ਮਰ ਜਾਣਗੇ, ਇੰਨਾ ਅਸਲਾ ਬਰੂਦ ਨਸ਼ਟ ਹੋ ਜਾਵੇਗਾ, ਇੰਨਾ ਘਾਟਾ ਪੈ ਜਾਏਗਾ। ਮੈਂ ਫਿਰ ਲੜਾਈ ਦਾ ਬਿਲਕੁਲ ਆਲਸ ਨਹੀਂ ਕਰਾਂਗਾ, ਦਲਿੱਦਰ ਨਹੀਂ ਕਰਾਂਗਾ। ਉਸੇ ਵੇਲੇ ਫੌਜਾਂ ਨੂੰ ਹੁਕਮ ਹੋਵੇਗਾ ਮਹਾਰਾਜ ਦੇ ਚੜ੍ਹਨ ਵਾਸਤੇ, ਮੈਂ ਫਿਰ ਚੌਥਾ ਦਾ ਮਹਾਰਾਜ ਦੀ ਜੰਗ ਦਾ ਉਸ ਵੇਲੇ ਖੇਲਣਾ ਹੈ। ਚਾਰ ਹੋ ਮਹਿਜੇ ਪੁਰਖ ਸਿਆਣੇ, ਇਹਨਾਂ ਚਾਰੇ ਕੰਮਾਂ ਵਿੱਚ ਜਿਹੜੇ ਸਿਆਣੇ ਲੋਕ ਹੁੰਦੇ ਨੇ ਉਹ ਇਸ ਤਰ੍ਹਾਂ ਕਰਦੇ ਹਨ। ਕਪਟ ਕੋ ਨਿਪਟ ਠਾਣੇ, ਇਸ ਤਰ੍ਹਾਂ ਕਹਿ ਲਗੇ ਕੂੜ ਕਪਟ ਕੋ ਨਿਪਟ ਸੋ ਠਾਣੇ, ਭਾਵੇਂ ਝੂਠ ਬੋਲਣਾ ਪਵੇ, ਜੋ ਮਰਜ਼ੀ ਕਰਨਾ ਪਵੇ, ਅੱਛਾ ਕਰਕੇ ਕਰਦੇ ਨੇ, ਭਾਵੇਂ ਉਹਨਾਂ ਨੂੰ ਕੁਝ ਵੀ ਕਰਨਾ ਪਵੇ, ਉਹ ਇਸ ਗੱਲ ਤੋਂ ਪਿੱਛੇ ਨਹੀਂ ਹੁੰਦੇ। ਝੂਠ ਬੋਲਣਾ ਪਵੇ, ਕਪਟ ਕਰਨਾ ਪਵੇ, ਛਲ ਕਰਨਾ ਪਵੇ, ਆਪਣਾ ਮਤਲਬ ਕੱਢਣ ਵਾਸਤੇ ਰਾਜੇ ਸਾਰੇ ਦਾ ਖੇਡਦੇ ਹਨ। ਇਤਨੇ ਹੀ ਕਾਰਜ ਸ਼ੁਭ ਮਨੇ, ਇਹਨਾਂ ਸਾਰਿਆਂ ਦਾਵਾਂ ਤੋਂ ਇੱਕ ਦਾਅ ਤੇ ਲੱਗੇਗਾ ਨਾ, ਚਾਰ ਮੇਰੇ ਕੋਲ ਦਾਅ ਨੇ, ਚਾਰ ਨੇ, ਚੌਹਾਂ ਵਿੱਚੋਂ ਇੱਕ ਦਾਅ ਤੇ ਮੇਰਾ ਪੂਰਾ ਪਿੰਡ ਬੈਠੇਗਾ, ਔਰ ਚੌਹਾਂ ਵਿੱਚੋਂ ਇੱਕ ਤੇ ਮੈਂ ਲਾ ਦੇਣਾ ਹੈ। ਪੱਕੇ ਸੰਤ ਰਹਿ ਸ਼ਬ ਸਾਨੀ, ਅਤੇ ਇਸੇ ਤਰ੍ਹਾਂ ਇਹ ਪਰਾਏ ਦੇ ਨਾਲ ਕਹਿਣ ਲੱਗੇ ਛਲ ਦੇ ਸਹਿਤ ਰਹਿਣਾ ਚਾਹੀਦਾ। ਵੈਸੇ ਵੀ ਰਾਜਿਆਂ ਦੀ ਨੀਤੀ ਹੁੰਦੀ ਹੈ ਕਿ ਦੂਜੇ ਦੇ ਨਾਲ ਹਮੇਸ਼ਾ ਛਾਲੀ ਕਰਕੇ ਰੱਖੋ, ਤਾਂ ਆਪਣਾ ਭੇਦ ਨਾ ਉਸਨੂੰ ਦਿਓ। ਇਹ ਰਾਜੇ ਨੀਤੀਆਂ ਕਰਦੇ ਹਨ। ਇਤਿਆਦਿ ਮਤ ਪੁਤਲ ਕਠੋਰਾ, ਇਹ ਗੱਲਾਂ ਆਪਣੇ ਮਨ ਵਿੱਚ ਸੋਚਦਾ ਪਿਆ, ਅਜੇ ਜਾਂਦਾ ਪਿਆ, ਆਪਣੇ ਮਹਿਲਾਂ ਅਨੰਦਪੁਰ ਸਾਹਿਬ ਤੋਂ ਚੱਲਿਆ ਹੈ, ਆਪਣੀ ਰਾਜਧਾਨੀ ਵਿੱਚ ਪਹੁੰਚਿਆ ਨਹੀਂ, ਕਹਿਲੂਰ ਵਿੱਚ ਪਹੁੰਚਿਆ ਨਹੀਂ, ਰਸਤੇ ਵਿੱਚ ਹੈ, ਪਰ ਇਹ ਗੱਲਾਂ ਇਹ ਕਠੋਰ ਮਨ ਦਾ ਵਿਅਕਤੀ ਸੋਚਦਾ ਜਾਂਦਾ, ਮਨ ਵਿੱਚ ਵੀ ਇਸ ਤਰ੍ਹਾਂ ਕਰਨਾ ਹੈ। ਘਟੀ ਕਮਰਿਓਂ ਕਰ ਪੂਰਾ, ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਗਿਣਤ ਗੜੀ ਤੋਂ ਭਾਵ ਗਿਣਤੀਆਂ ਨੂੰ ਗਿਣਦਾ ਹੋਇਆ ਵਿਚਾਰਾਂ ਕਰਦਾ, ਮੈਂ ਆਹ ਕੰਮ ਕਰਾਂਗਾ ਤੇ ਇਹ ਹੋਵੇਗਾ, ਆਹ ਕਰਾਂਗਾ ਤੇ ਇਹ ਹੋਵੇਗਾ, ਇਤੋਂ ਨਫਾ ਹੋਵੇਗਾ, ਇਤੋਂ ਨੁਕਸਾਨ ਹੋਵੇਗਾ, ਇਹ ਸਾਰੀਆਂ ਗੱਲਾਂ ਸੁਣਦਾ ਹੋਇਆ ਤੁਰਿਆ ਜਾਂਦਾ ਹੈ। ਸਤਿਗੁਰ ਸੁਖ ਪਾਏ ਕਰੇ, ਇੱਧਰ ਮਹਾਰਾਜ ਸਾਹਿਬ ਜੀ ਚਲੋ ਜੀ ਭੀਮ ਚੰਦ ਤੇ ਆਪਣੀ ਰਾਜਧਾਨੀ ਚਲਾ ਗਿਆ, ਇਹ ਗੱਲਾਂ ਉਸਨੇ ਸੋਚੀਆਂ ਵੀ ਮੈਂ ਇਸ ਤਰ੍ਹਾਂ ਹੀ ਕਰਾਂਗਾ। ਇੱਧਰੋਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਘਰ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ
ਭਾਰੀ ਸੁੱਖ ਨੂੰ ਪ੍ਰਾਪਤ ਕਰ ਰਹੇ ਹਨ। ਬਚਨ ਵਿਲਾਸ ਕਰਨ ਜੁਗ ਕੇ ਤੇ ਸਤਿਗੁਰੂ ਪਾਤਸ਼ਾਹ ਵੀ ਮਹਾਰਾਜ ਜਾਣਦੇ ਨਾ ਆਉਣ ਵਾਲਾ ਸਮਾਂ ਤੇ ਆਪਣੇ ਸੂਰਮਿਆਂ ਦੇ ਨਾਲ ਮਹਾਰਾਜ ਜੰਗ ਯੁੱਧ ਦੀਆਂ ਗੱਲਾਂ ਸੂਰਮਤਾਈ ਦੀਆਂ ਗੱਲਾਂ ਪਾਤਸ਼ਾਹ ਦੇ ਸੂਰਮਿਆਂ ਨਾਲ ਕਰਦੇ ਹਨ। ਹੋਏ ਬੀਜ ਸੰਗਰਾਮ ਕਰਨ ਤੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਵੀ ਜੰਗ ਕਰਦਾ ਬੀ ਦੇ ਘਰ ਮਹਾਰਾਜ ਨੂੰ ਪਤਾ ਕਿ ਇਹ ਭੀਮ ਚੰਦ ਛੇਤੀ ਫੌਜ ਚੜ੍ਹੇਗਾ। ਸਤਿਗੁਰੂ ਜਾਣਦੇ ਇਧਰ ਆਪਣੇ ਸੂਰਮਿਆਂ ਵਿੱਚ ਮਹਾਰਾਜ ਜੀ ਇਧਰੋਂ ਜੰਗ ਕਰਦਾ ਬੀ ਦੇ ਪੈ ਤਿਆਰੀ ਕਰਦੇ ਪਏ ਕਿ ਸਾਡੇ ਸੂਰਮੇ ਵੀ ਤਿਆਰ ਰਹਿਣਾ ਕਰਨਾ। ਸਦਾ ਪਿਤਾਮਾ ਚਾਹੇ ਕਰਨ ਜਿਵੇਂ ਸਤਿਗੁਰਾਂ ਦੇ ਦਾਦਾ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜੰਗ ਕਰਨ ਵਾਸਤੇ ਹਵੇਲੇ ਤਿਆਰ ਰਹਿੰਦੇ ਸਨ। ਬੜਾ ਉਤਸ਼ਾਹ ਤੇ ਚਾਹ ਸੀ ਮਹਾਰਾਜ ਜੀਆਂ ਦੇ ਮਨ ਵਿੱਚ। ਇਸੇ ਤਰ੍ਹਾਂ ਅੱਜ ਉਹਨਾਂ ਦੇ ਪੁੱਤਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਬੜੇ ਉਤਸ਼ਾਹ ਦੇ ਵਿੱਚ ਹਨ। ਵਿਦਿਆ ਕੋ ਨਿਤ ਅਭਿਆਸ ਇਹ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਰੋਜ਼ ਵਿਦਿਆ ਦਾ ਅਭਿਆਸ ਕਰਾਉਂਦੇ, ਰੋਜ਼ ਸ਼ਸਤਰ ਵਿਦਿਆ ਕਰਾਉਂਦੇ ਹਨ। ਅਪਰ ਸਰਬ ਭਟ ਕਰੈ ਹੈ ਜੇ ਪਾਸੇ ਜਿੰਨੇ ਸੂਰਮੇ ਨੇ ਨਾ, ਸਾਰਿਆਂ ਨੂੰ ਮਹਾਰਾਜ ਕਹਿੰਦੇ ਭਾਈ ਦਿਨੇ ਰਾਤ ਹੋਰ ਕੰਮ ਭਾਵੇਂ ਕਰੋ ਤੇ ਭਾਵੇਂ ਨਾ ਕਰੋ, ਪਰ ਸ਼ਸਤਰ ਵਿਦਿਆ ਦਾ ਅਭਿਆਸ ਰੋਜ਼ ਕਰਨਾ ਹੈ। ਉਜ ਦੰਡਰ ਮਹਿ ਬੋਧ ਵਧਾਵੇ ਆਪਣੀਆਂ ਬਾਹਾਂ ਵਿੱਚ ਤੌਲਿਆਂ ਵਿੱਚ ਜਿੰਨਾ ਜ਼ੋਰ ਦਾ ਵਧਾ ਲਵੋ, ਕਿਉਂਕਿ ਜਦੋਂ ਦੁਸ਼ਮਣ ਦੇ ਨਾਲ ਹੋਇਆ ਪੈਂਦਾ ਨਾ ਮਾਰ ਪੈਂਦੀ ਯੁੱਧ ਪੈਂਦਾ ਤੇ ਜੇ ਹਥਿਆਰ ਵੀ ਕੰਮ ਨਾ ਹੋਣ ਤੇ ਫਿਰ ਬੰਦੇ ਦਾ ਜ਼ੋਰ ਕੰਮ ਆ ਜਾਂਦਾ ਹੈ। ਸਰੀਰਾਂ ਵਿੱਚ ਜ਼ੋਰ ਭਰੋ, ਕਸਰਤ ਕਰੋ, ਖੁੱਲੀਆਂ ਖੁਰਾਕਾਂ ਖਾਓ, ਕਿਉਂਕਿ ਸਮਾਂ ਹੁਣ ਇਸ ਤਰ੍ਹਾਂ ਦਾ ਕਰਨ ਵਾਲਾ ਹੈ। ਐ ਚਿਤਵਾਦਾ ਕਰਨ ਕਤਾਵੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਗੁਰੂ ਕੋ ਇਹ ਜਿਹੜੇ ਹਨ ਨਰਮ ਕਮਾਨਾਂ ਨੂੰ ਖਿੱਚ ਕੇ ਹੱਥਾਂ ਨੂੰ ਟਿਕਾਉਂਦੇ, ਕਿਉਂਕਿ ਪਹਿਲੇ ਦਿਨ ਵੱਡਾ ਸ਼ਸਤਰ ਨਹੀਂ ਨਾ ਫੜਾਇਆ ਜਾਂਦਾ। ਪਹਿਲੇ ਦਿਨ ਜਿਹੜੇ ਆਏ ਸਿੱਖਣ ਵਾਸਤੇ ਨਰਮ ਕਮਾਨ ਜਿਹੜੀ ਹੈ ਹੌਲੀ ਕਮਾਨ ਚਲਾਉਣ ਵਾਲੀ, ਉਹਦੇ ਉੱਪਰ ਮਹਾਰਾਜ ਸੌਂਦੇ ਵਿੱਚ ਲਾ ਕਿਵੇਂ ਚਾੜਨਾ, ਨੰਦੀ ਕਿਵੇਂ ਚਾੜਨੀ, ਤੀਰ ਕਿਵੇਂ ਵਿੱਚ ਰੱਖਣਾ, ਫਿਰ ਤੀਰ ਨੂੰ ਖਿੱਚਣਾ ਕਿਵੇਂ, ਚਲਾਉਣਾ ਕਿਵੇਂ, ਇਹ ਸਾਰੀ ਸਿਖਲਾਈ ਮਹਾਰਾਜ ਦਿੰਦੇ ਹਨ। ਇਹ ਖਾਕ ਤੁਲਦਾ ਬਰਵਾਵੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਆਪਣੇ ਸਿੱਖਾਂ ਨੂੰ ਕਹਿਣ ਲੱਗੇ ਕਿ ਤੀਰ ਚਲਾਉਣ ਵਾਸਤੇ ਮਿੱਟੀ ਦਾ ਖਾਸ ਤਰ੍ਹਾਂ ਦਾ ਢੇਰ ਲਾਉਂਦੇ ਅਤੇ ਉਹ ਢੇਰ ਦਿਖਾਇਆ ਜਾਂਦਾ ਵੀ ਉਹ ਢੇਰ ਲੱਗਾ ਸਾਹਮਣੇ ਮਿੱਟੀ ਦਾ। ਸਿੱਖਾਂ ਨਿਸ਼ਾਨਾ ਲਾ ਕੇ ਜਿਹੜਾ ਮਿੱਟੀ ਤੇ ਜਾ ਕੇ ਨਿਸ਼ਾਨਾ ਲੱਗੇ, ਇਸ ਤਰ੍ਹਾਂ ਮਿੱਟੀ ਦੇ ਢੇਰ ਬਣਾ ਕੇ ਮਹਾਰਾਜ ਤੀਰਾਂ ਦੇ ਨਿਸ਼ਾਨੇ ਉਹਦੇ ਉੱਪਰ ਲਾਉਂਦੇ ਹਨ। ਤੇ ਲੈਸਾਂ ਸਕਲ ਤੇ ਤਸਾਵੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਸੂਰਮਿਆਂ ਨੂੰ ਕਹਿਣ ਲੱਗੇ ਕਿ ਤੀਰਅੰਦਾਜ਼ੀ ਸਿਖਾਉਣ ਵਾਸਤੇ ਤੀਰ ਨੂੰ ਜੋ ਮਾਮੂਲੀ ਤੀਰਾਂ ਤੋਂ ਲੰਬੇਰਾ ਮੋਟਾ ਦੋਗੀ ਰਾਜ ਦਾ ਤੀਰ ਹੁੰਦਾ, ਸਤਿਗੁਰੂ ਜੀ ਉਹ ਖਿੱਚਣ ਵਾਸਤੇ ਇਹ ਸਾਰਾ ਕੁਝ ਵਿਦਿਆ ਦੱਸਦੇ ਹਨ। ਹੈ ਦੀਰ ਦੂਰ ਨਿਸ਼ਾਨ ਤੇ ਸਤਿਗੁਰੂ ਮਿੱਟੀ ਦਾ ਢੇਰ ਦੂਰ ਰੱਖਦੇ ਤੇ ਆਪਣੇ ਸਿੱਖ ਨੂੰ ਦੂਰ ਰੱਖਦੇ, ਆਖਦੇ ਵੀ ਇੰਨੀ ਦੂਰ ਤੋਂ ਤੇਰਾ ਤੀਰ ਚੱਲ ਕੇ ਤੂੰ ਮਿੱਟੀ ਦੇ ਢੇਰ ਤੱਕ ਪਹੁੰਚਣਾ ਚਾਹੀਦਾ, ਇੰਨੇ ਜ਼ੋਰ ਦੇ ਨਾਲ ਕਮਾਨ ਖਿੱਚ ਕੇ ਤੀਰ ਚਲਾ ਕਿ ਤੇਰੇ ਤੀਰ ਮਿੱਟੀ ਦੇ ਢੇਰ ਨੂੰ ਪਾਰ ਕਰ ਜਾਣ ਜਾਂ ਉਹਦੇ ਵਿੱਚ ਗੱਡੇ ਜਾਣ। ਐਸੀ ਸਿੱਖਿਆ ਮਹਾਰਾਜ ਦਿੰਦੇ ਹਨ। ਹੈ ਬੀਜ ਤੇ ਛੂਟ ਹੈ ਤੇ ਮਨ ਜਦੋਂ ਇਸ ਤਰ੍ਹਾਂ ਗੁਰੂ ਕੇ ਸਿੱਖ ਜੋਧੇ ਤੀਰ ਚਲਾਉਂਦੇ ਤੇ ਕਮਾਨ ਦੇ ਵਿੱਚੋਂ ਫਿਰ ਛੂਟਦੇ ਹੋਏ ਤੀਰ ਜਾਂਦੇ ਹਨ। ਦੂਰ ਦਰਾਜੀ ਕਿਤ ਪਰਹਾਰੇ ਤੇ ਕਹਿਣ ਲੱਗੇ ਦੂਰ ਦੂਰ ਤੱਕ ਮਹਾਰਾਜ ਦੇ ਸੂਰਮੇ ਤੀਰਾਂ ਨੂੰ ਚਲਾ ਕੇ ਪਹੁੰਚਾਉਂਦੇ ਹਨ। ਸੰਲਗ ਤੋਂ ਚਰਨ ਨਿਹਾਰੇ ਤੇ ਇਸ ਤਰ੍ਹਾਂ ਕਹਿਣ ਲੱਗੇ ਮਹਾਰਾਜ ਦੇ ਸੂਰਮਿਆਂ ਦੇ ਗੁਰਮੁਖੋ ਜਿਹੜੇ ਤੀਰ ਨੇ ਨਾ, ਕਈ ਉਹ ਤੱਕ ਜਾਂਦੇ, ਤੀਰ ਜਾਂਦਾ ਅੱਖਾਂ ਤੋਂ ਪਰੇ ਹੋ ਜਾਂਦਾ, ਅੱਖਾਂ ਦੀ ਰੋਸ਼ਨੀ ਜਾਂ ਨਿਗਾਹ ਉਥੋਂ ਤੱਕ ਨਹੀਂ ਜਾਂਦੀ ਜਿੱਥੋਂ ਤੱਕ ਇਹਨਾਂ ਸੂਰਮਿਆਂ ਦੇ ਚਲਾਏ ਹੋਏ ਤੀਰ ਪਹੁੰਚਦੇ ਹਨ। ਦੂਰ ਦਰਾਜੀ ਕਿਤ ਪਰਹਾਰੇ ਜਿਤ ਸਰਾਸਨ ਵਿਦਿਆ ਹੋਤ ਇਹ ਜਿੰਨੀ ਵੀ ਵਿਦਿਆ ਨਾ ਤੀਰ ਚਲਾਉਣ ਦੀ, ਤੀਰ ਕਮਾਨ ਚਲਾਉਣ ਦੀ ਵਿਦਿਆ ਸਾਰੀ ਮਹਾਰਾਜ ਆਪਣੇ ਸੂਰਮਿਆਂ ਨੂੰ ਬਖਸ਼ਦੇ ਹਨ। ਪਟਨ ਲਿਖਾਵੇ ਕਰਮ ਕਲੋਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਸੂਰਮਿਆਂ ਨੂੰ ਉਦੈ ਕਰਨ ਵਾਸਤੇ, ਪ੍ਰਗਟ ਕਰਨ ਵਾਸਤੇ, ਬਹਾਦਰ ਬਣਾਉਣ ਵਾਸਤੇ, ਸੂਰਮਾ ਪੈਦਾ ਕਰਨ ਵਾਸਤੇ ਮਹਾਰਾਜ ਜੀ ਐਸੀ ਵਿਦਿਆ ਆਪਣੇ ਸਿੱਖਾਂ ਨੂੰ ਸੁਣਾਉਂਦੇ ਹਨ। ਹੀਰ ਹੀਰ ਨਰਕੰਡ ਸੁਣਾਵੇ ਵੇਖ ਕੇ ਮਹਾਰਾਜ ਦੇ ਭੌਤਿਕ ਦੁਨੀਆ ਹੈਰਾਨ ਹੁੰਦੀ ਹੈ। ਔਰ ਕਰ ਸਕੈ ਅਪਰ ਕਿਮ ਤੇ ਪਾਵੇ ਸੰਗਤਾਂ ਆਗੀਆਂ ਵੀ ਇਹ ਕੌਤਕ ਤੇ ਐਸੇ ਮਹਾਰਾਜ ਹੀ ਕਰ ਸਕਦੇ, ਉਹਨਾਂ ਬਿਨਾਂ ਕੌਣ ਇਸ ਤਰ੍ਹਾਂ ਦੇ ਕੌਤਕ ਕਰਦਾ ਹੈ। ਕਹਿ ਤੀਰਨ ਕੇ ਸਿੱਧੇ ਪ੍ਰਸਾਦ ਵਿੱਚ ਮਹਾਰਾਜ ਦੀਆਂ ਤੀਰਾਂ ਦੀਆਂ ਗੱਲਾਂ ਚੱਲਣ ਲੱਗ ਪਈਆਂ। ਪ੍ਰਗਟ ਭਇਓ ਜਗ ਮਹਿ ਰਿਪੁ ਭੰਗ ਦੁਨੀਆ ਆਖਦੀ ਹੈ ਵੀ ਸਤਿਗੁਰੂ ਜੀ ਦੁਸ਼ਮਣਾਂ ਨੂੰ ਨਾਸ ਕਰਨ ਵਾਲੇ ਦੁਨੀਆ ਦੇ ਪ੍ਰਗਟ ਹੋਏ ਹਨ। ਭਗਵਾਨ ਕੇ ਆਨ ਸੁਮਨ ਤੇ ਸਤਿਗੁਰੂ ਪਾਤਸ਼ਾਹ ਦੇ ਤੀਰ ਦੇ ਸਮਾਨ ਬਰਾਬਰ ਕਹਿੰਦੇ ਕਿਸੇ ਦਾ ਤੀਰ ਨਹੀਂ ਹੈ। ਮੈਂ ਦੇਖੀ ਅਤ ਵਿੱਚ ਸਰਬ ਜਹਾਨ ਪੂਰੇ ਸੰਸਾਰ ਵਿੱਚ ਇਸ ਵੇਲੇ ਕੋਈ ਇਹੋ ਜਿਹਾ ਸੂਰਮਾ ਨਹੀਂ ਜਿਹਦੇ ਤੀਰ ਮਹਾਰਾਜ ਦੇ ਬਰਾਬਰ ਪਹੁੰਚਣਾ। ਜਹੈ ਕਹਿ ਸੁਨਹਿ ਸੁਨਾਵੇ ਕੋਈ ਜਿੱਥੇ ਕਿਤੇ ਕੋਈ ਸੁਣਦਾ ਹੈ, ਕੋਈ ਸੁਣਾਉਂਦਾ, ਦੱਸਦੇ ਵੀ ਮਹਾਰਾਜ ਕੋਲ ਬੜੇ ਵੱਡੀ ਵਿਦਿਆ ਹੈ। ਵਿਦਿਆ ਕਰਨ ਸਲਾਹ ਹੈ ਸਾਰੇ ਮਹਾਰਾਜ ਦੀ ਵਿਦਿਆ ਨੂੰ ਸੁਣਾਉਂਦੇ ਹਨ। ਜਿਹੜਾ ਪ੍ਰਸਾਦੀ ਗਾਇ ਪਰ ਕਵੇ ਕਦੇ ਕਦੇ ਮਹਾਰਾਜ ਉਹਦਾ ਪ੍ਰਸਾਦੀ
फौजी हाथी है ना राजा लेके गया रतन राय, उस हाथी के ऊपर भी महाराज कदे कदे चढ़ के सवारी करते हैं। विचरे कानन में गुर तवे कदे कदे महाराज उस हाथी को लैके जंगल विच भी शिकार वास्ते जाते हैं। घूम बरी तुरंग अरूह कदे कदे बादशाह बड़े बल वाले घोड़े के ऊपर भी सवार होते हैं। मोर मदन मोर जो है महाराज के घोड़े जड़े ने कह लगे मोर दे वांग बड़े सुंदर, अते इस तरह कह लीजिए बड़ी सुंदरताई रखते हैं। मतंग और जो पास कदे महाराज के कोल कला प्रसादी हाथी नहीं, कोल भी हाथी महाराज के कोल ने कदे उन्हां हाथियों के ऊपर भी चढ़ते हैं। इस पर चढ़े अनेक दिलास अनेक तरह के महाराज कौतक करते हैं। राजनीत वर्तन जमराजा जिन्हें राजे राजनीति खेलते, महाराज चुप करके नहीं बैठे हुए। जे भीमचंद राजनीति खेलता ते महाराज भी बड़ा नहीं होती है। राजियां दे वांग कदे कदे महाराज राजनीति नहीं करते हैं। राज सुमन अपने राज को साजो समान को दिना प्रति दिन हर रोज बहुता करते हैं। सदे सदे सिख सैन सकी हौली हौली महाराज फौज इकट्ठी करते पे आज 5 सिख भर्ती हुए, कल 10 भर्ती हुए, 20 भर्ती हुए, 50 भर्ती हुए। रोज दी रोज महाराज की फौज भर्ती करती है। अस्त्र शस्त्र फिर जेल वंशे में महाराज ने सूर में वस्त्रा करके शस्त्रा करके त्यार पर त्यार चढ़ती करा के जाते हैं। देश विदेशों से नरे आवे कोई देश को भर्ती हो गया, कोई विदेश को आके भी भर्ती होया और है। युद्ध आयन उपायन ले आवे कोई महाराज वास्ते सोना घोड़ा, कोई महाराज वास्ते उनको सोना शस्त्र लेके आया है। पता तबेला में प्रद करो सतगुरां दे तबेले विच हर रोज नवे तो नवे घोड़े आके ਜਿਹੜੇ ਜੋ ਬੰਨੇ ਜਾ ਰਹੇ, ਰੋਜ਼ ਘੋੜਿਆਂ ਦੀ ਗਿਣਤੀ ਵੱਧਦੀ ਹੈ। हाथ से काफ कृत सरो ਘੋੜਿਆਂ ਦੀ ਖੁਰਾਕ ਉਹਨਾਂ ਨੂੰ ਸਿਕਾ ਕੇ ਮਿੱਠਾ ਤੇ ਹੋਰ ਕੋਈ ਹੋਏ ਤੇ ਆਦਿ ਕਨਿਆਕੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਹਨ। खुला दिहाड़ी में सुंदर ਇਹ ਕਹਿਣ ਲੱਗੇ ਵੀ ਇਸੇ ਤਰ੍ਹਾਂ ਜਿਹੜੇ ਕੁਝ ਸੂਰਮੇ ਨੇ ਉਹ ਦਿਹਾੜੀਦਾਰ ਰੱਖੇ ਹੋਏ, ਤਨਖਾਹ ਤੇ ਨੌਕਰ ਰੱਖੇ, ਉਹਨਾਂ ਨੂੰ ਤਨਖਾਹ ਮਿਲਦੀ ਹੈ। लोग हजारों लंगर खाए ਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੰਗਰ ਤਿਆਰ ਹੁੰਦੇ ਹਨ। देह बदल को गिन दरमा ਤੇ ਕਈ ਮਹਾਰਾਜ ਦੇ ਸੂਰਮੇ ਜਿਹੜੇ ਨੇ ਹਰ ਮਹੀਨੇ ਤਨਖਾਹ ਲੈਂਦੇ ਤੇ ਉਹਨਾਂ ਨੂੰ ਤਨਖਾਹ ਮਿਲਦੀ ਹੈ। नौकरी के कृपा ਜਿਹੜੇ ਨੌਕਰੀ ਕਰਦੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਮੁਤਾਬਕ ਮਹਾਰਾਜ ਮਾਇਆ ਦਿੰਦੇ ਹਨ। हर घर ले को तम होए ਤੇ ਇਸ ਤਰ੍ਹਾਂ ਕੁਝ ਲੋਕ ਮਹਾਰਾਜ ਦੇ ਕੋਲ ਰਹਿਣ ਵਾਸਤੇ ਅਨੰਦਪੁਰ ਸਾਹਿਬ ਦੇ ਵਿੱਚ ਆਪਣੇ ਪਰਿਵਾਰਾਂ ਦੇ ਸਮੇਤ ਆ ਗਏ ਹਨ। बस आनंद करना सुपाए ਅਨੰਦਪੁਰ ਦੇ ਵਿੱਚ ਇਹ ਸਿੱਖ ਸੂਰਮੇ ਮਹਾਰਾਜ ਦੇ ਬੜੇ ਸੁਭਾ ਨਾਲ ਵਸਦੇ ਹਨ। और पर भीड़ कनेरी ਸਤਿਗੁਰਾਂ ਦੇ ਦਰਵਾਜ਼ੇ ਦੇ ਉੱਪਰ ਹਮੇਸ਼ਾ ਹੀ ਸੰਗਤਾਂ ਦੇ ਸੂਰਮਿਆਂ ਦੀ ਬੜੀ ਭੀੜ ਰਹਿੰਦੀ ਹੈ। दर्शन दे नित सेक्स मेरी ਇਹ ਸਤਿਗੁਰੂ ਪਾਤਸ਼ਾਹ ਕਦੋਂ ਦਰਸ਼ਨ ਦੇਣ, ਕਦੋਂ ਦਰਸ਼ਨ ਦੇਣ, ਸੰਗਤਾਂ ਉਡੀਕਦੀਆਂ ਰਹਿੰਦੀਆਂ ਹਰ ਵੇਲੇ ਕਦੋਂ ਦਰਸ਼ਨ ਹੋਣ। ਇੰਨੀ ਸੰਗਤਾਂ ਦੀ ਆਵਾਜਾਈ ਹੈ। संगत भाव इकट्ठी हो जाए ਜਦ ਸੰਗਤਾਂ ਮਹਾਰਾਜ ਕੋਲ ਇਕੱਠੀਆਂ ਹੁੰਦੀਆਂ ਹਨ। देश विदेशों से चले ਕੋਈ आए ਦੇਸ਼ ਤੋਂ, ਕੋਈ ਵਿਦੇਸ਼ ਤੋਂ, ਕੋਈ ਨੇੜਿਓਂ, ਕੋਈ ਦੂਰੋਂ ਚੱਲ ਕੇ ਆਇਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। को जोर में रखा ਤੇ है ਮਹਾਰਾਜ ਦੇ ਅਰਦਾਸੀਏ ਸਿੱਖ ਹਰ ਵੇਲੇ ਪਾਤਸ਼ਾਹ ਦੇ ਅੱਗੇ ਖਲੋਤੇ ਹੋਏ ਹੱਥ ਜੋੜ ਕੇ ਅਰਦਾਸਾਂ ਕਰਦੇ ਹਨ। सिख गण मेरे दर्शन हो चाहे ਮਹਾਰਾਜ ਪੁਰਾਣੇ ਦੇਸ਼ ਵਿੱਚੋਂ ਫਲਾਣਾ ਪਸੰਦ ਆ ਗਿਆ, ਇੰਨੀ ਸੰਗਤ ਲੈ ਕੇ ਆਇਆ। ਕਿਸੇ ਨਾਲ 50 ਬੰਦੇ ਆਏ, ਕਿਸੇ ਨਾਲ 100, ਕਿਸੇ ਨਾਲ 200, 250, 300। ਇਹ ਦੱਸਦੇ ਨੇ ਮਹਾਰਾਜ ਦੇ ਸਿੱਖ ਆ ਕੇ ਵੀ ਇੰਨੇ ਇੰਨੇ ਜਥੇ ਆਪ ਦੀ ਦਰਸ਼ਨ ਵਾਸਤੇ। ਕੋਈ ਅੱਜ ਪਹੁੰਚਦਾ ਪਿਆ, ਕੋਈ ਕੱਲ ਨੂੰ ਪਹੁੰਚੇਗਾ। ਇਸ ਤਰ੍ਹਾਂ ਮਹਾਰਾਜ ਨੂੰ ਦੱਸਿਆ ਜਾਂਦਾ ਹੈ। दोए त्रै बार करे सुधे अच्छी ਇਸ ਤਰ੍ਹਾਂ ਮਹਾਰਾਜ ਸਾਹਿਬ ਦੀ ਸੁਣ ਕੇ ਫਿਰ 2-3 ਵਾਰ ਖਬਰ ਪਾਤਸ਼ਾਹ ਦਿੰਦੇ, ਕੌਣ ਕਿੱਥੋਂ ਆਇਆ, ਕਿਵੇਂ ਆਇਆ, ਕੀ ਮੁਸ਼ਕਲ ਹੈ, ਕੀ ਚਾਹੀਦਾ। ਪਾਤਸ਼ਾਹ ਪੂਰਾ ਧਿਆਨ ਰੱਖਦੇ ਹਨ। संतरा के दर्शन ਜੇ पांचे ਨੇੜੇ ਸਿੰਘ ਵੀ ਵਾਰ-ਵਾਰ ਦੱਸਦੇ ਮਹਾਰਾਜ ਇਹ ਸਿੱਖ ਫਲਾਣੀ ਥਾਂ ਤੋਂ ਆਇਆ, ਤੁਹਾਡੇ ਦਰਸ਼ਨਾਂ ਨੂੰ ਆਇਆ ਹੈ। ਇਸ ਤਰ੍ਹਾਂ ਵਾਰ-ਵਾਰ ਦੱਸਦੇ ਹਨ। अस्त्र शस्त्र को कले सजा ਸਤਿਗੁਰੂ ਪਾਤਸ਼ਾਹ ਮਹਾਰਾਜ ਵੀ ਆਪ ਵੀ ਸ਼ਸਤਰ ਵਸਤਰ ਸਜਾ ਕੇ ਤਿਆਰ ਹੋ ਕੇ ਰਹਿੰਦੇ ਹਨ। श्री सतगुर फिर बाहर आवे ਸਤਿਗੁਰੂ ਜੀ ਸਜ ਕੇ ਸ਼ਸਤਰਾਂ ਦੇ ਨਾਲ ਤੇ ਫਿਰ ਬਾਹਰ ਨਿਕਲਦੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ। सुंदर सदन सभा को जाओ ਤੇ ਮਹਾਰਾਜ ਸਾਹਿਬ ਦਾ ਜਿਸੇ ਦਰਬਾਰ ਸਾਹਿਬਾਨ ਨੂੰ ਬੜੀ ਸੋਹਣੀ ਉਹ ਜਗ੍ਹਾ ਤੇ ਬੜੀ ਸੋਹਣੀ ਜਗ੍ਹਾ ਤੇ ਮਹਾਰਾਜ ਜੀ ਬੜਾ ਸੋਹਣਾ ਦਰਬਾਰ ਸਜਾਉਂਦੇ ਹਨ। बैठ सिंहासन शोभा ਗੁਰਤਾ ਗੱਦੀ ਦੇ ਸਿੰਘਾਸਣ ਤੇ ਬੈਠ ਕੇ ਮਹਾਰਾਜ ਬੜੀ ਭਾਰੀ ਸ਼ੋਭਾ ਪਾਉਂਦੇ। ਪਾਤਸ਼ਾਹ ਦੀ ਸੰਗਤਾਂ ਵਿੱਚ ਇਸ ਤਰ੍ਹਾਂ ਵਿਚਰਦੇ ਔਰ ਗੁਰਤਾ ਗੱਦੀ ਤੇ ਬੈਠ ਕੇ ਮਹਾਰਾਜ ਸਾਹਿਬ ਜੀ ਦਰਸ਼ਨ ਬਖਸ਼ਦੇ ਹਨ। उमटा संगत कई हजार ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਮਹਾਰਾਜ ਦੇ ਦਰਬਾਰ ਵਿੱਚ ਰੋਜ਼ ਦੀ ਰੋਜ਼ ਆ ਕੇ ਹਾਜ਼ਰੀ ਭਰਦੀਆਂ ਦਰਸ਼ਨ ਕਰਦੀਆਂ ਹਨ। अधिक अचूरन अपूरन जो हथियार ਮਹਾਰਾਜੀਆਂ ਦੇ ਵਾਸਤੇ ਕੋਈ ਭੇਟਾ ਲੈ ਕੇ ਆਇਆ ਮਾਇਆ ਦੀ, ਕੋਈ ਭੇਟਾ ਲੈ ਕੇ ਆਇਆ ਹਥਿਆਰਾਂ ਦੀ। ਰੋਜ਼ ਦੀ ਰੋਜ਼
ਸੰਗਤਾਂ ਨਵੀਂ ਤੋਂ ਨਵੀਂ ਗੁਰੂ ਦਰਬਾਰ ਵਿੱਚ ਪਹੁੰਚਦੀ ਹੈ। ਧਰਮ ਤੁਰੰਗ ਵਿਭੂਖਣ ਹਜ਼ਾਰ ਕੋਈ ਮਹਾਰਾਜ ਵਾਸਤੇ ਸੋਹਣਾ ਘੋੜਾ ਲੈ ਕੇ ਤੁਰਿਆ ਹੁੰਦਾ, ਕੋਈ ਮਹਾਰਾਜ ਵਾਸਤੇ ਸੋਹਣੇ ਕੰਗਣ ਜਾਂ ਹੋਰ ਸੋਹਣੀਆਂ ਵਸਤੂਆਂ, ਕੋਈ ਸੋਨੇ ਦੀਆਂ, ਕੋਈ ਚਾਂਦੀ ਦੀਆਂ, ਕੋਈ ਹੀਰੇ ਦੀਆਂ ਜੜੀਆਂ ਹੋਈਆਂ। ਐਸੀਆਂ ਅਦਭੁਤ ਵਸਤੂਆਂ ਜਿਹੜੀਆਂ ਮਹਾਰਾਜ ਜੀਆਂ ਦੇ ਵਾਸਤੇ ਸੰਗਤਾਂ ਦੇ ਵੱਲੋਂ ਦੂਰੋਂ ਨੇੜਿਓਂ ਪਹੁੰਚਦੀਆਂ ਹਨ। ਹਰਿਆਣ ਗੁਰੂ ਕੇ ਤੀਰ ਇਹ ਸਤਿਗੁਰਾਂ ਨੂੰ ਲਿਆ ਕੇ ਸੰਗਤਾਂ ਭੇਟ ਕਰਦੀਆਂ ਹਨ। ਦਸ ਦਸ ਧਰੇ ਕਾਮਨਾ ਫਿਰ ਆਵੇ ਜਿਸ ਤਰ੍ਹਾਂ ਦੀ ਕੋਈ ਕਾਮਨਾ ਲੈ ਕੇ ਆਉਂਦਾ, ਦੂਧ ਪੂਤ ਦੂਧ ਚਾਹੇ ਭਲੀ ਕਰ ਦੂਧ ਚਾਹੇ ਆਰਜਾ ਅਰੋਗ ਕੋ, ਕੋਈ ਦੁੱਧ ਦੀ ਇੱਛਾ ਲੈ ਕੇ ਆਇਆ, ਕੋਈ ਦੁੱਧ ਦੀ ਇੱਛਾ ਲੈ ਕੇ ਆਇਆ, ਕੋਈ ਆਂਦਾ ਮੇਰੀ ਵਡਿਆਈ ਹੋਵੇ, ਕੋਈ ਆਖਦਾ ਮਹਾਰਾਜ ਤੰਦਰੁਸਤੀ ਮਿਲੇ, ਕੋਈ ਆਖਦਾ ਮੈਂ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਜਾਵਾਂ। ਜਿਸ ਤਰ੍ਹਾਂ ਦੀ ਕੋਈ ਭਾਵਨਾ ਲੈ ਕੇ ਆਉਂਦਾ ਸਤਿਗੁਰੂ ਪੂਰੀ ਕਰਦੇ ਹਨ। ਦਰਸ਼ਨ ਕਰ ਸਕਲ ਕੋ ਪਾਵੇ ਤੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰ ਕਰਕੇ ਸੰਗਤਾਂ ਆਪਣੀਆਂ ਕਾਮਨਾਵਾਂ ਪੂਰੀਆਂ ਕਰਦੀਆਂ ਹਨ। ਧਰਮ ਸੌਂਪ ਕੋ ਅਨ ਕੋਈ ਕੋਈ ਦਸਵੰਧ ਮਹਾਰਾਜ ਦਾ ਕੱਢ ਲੈਂਦਾ, ਹਰ ਮਹੀਨੇ ਆਪਣੇ ਘਰ ਵਿੱਚ ਦਸਵੰਧ ਕੱਢ ਕੇ ਗੁਰੂ ਨੂੰ ਭੇਟ ਕਰਦੇ ਹਨ। ਕਿਤਾ ਕੇ ਤਹਿਤ ਗੁਰ ਦਰਸ਼ਨ ਹੋਏ ਤੇ ਕੋਈ ਭਾਵਨਾ ਵਾਲੇ ਜਿਹੜੇ ਆਨੇ ਵੀ ਗੁਰੂ ਦਾ ਦਰਸ਼ਨ ਹੀ ਕਰਨਾ ਹੈ, ਕੇਵਲ ਦਰਸ਼ਨ ਕਰਨ ਵਾਸਤੇ ਰੋਜ਼ ਆਪਣੇ ਨੇਮ ਦੇ ਮੁਤਾਬਕ ਗੁਰੂ ਦਰਬਾਰ ਵਿੱਚ ਪਹੁੰਚਦੇ ਹਨ। ਇਹ ਜਿਸੇ ਕੋ ਕਰ ਹੈ ਨਿਹਾਲ ਸਤਿਗੁਰੂ ਪਾਤਸ਼ਾਹ ਦੇ ਜਿਹੜਾ ਦਰਬਾਰ ਚੱਲ ਕੇ ਆਉਂਦਾ, ਫਿਰ ਮਹਾਰਾਜ ਉਸ ਨੂੰ ਖੁਸ਼ੀਆਂ ਦੇ ਕੇ ਪਾਤਸ਼ਾਹ ਜੀ ਜਿਆਦ ਕਰਦੇ ਹਨ। ਜਿਤ ਕਿਤ ਫੈਲਿਓ ਸੁਧ ਵਿਸਾਰੇ ਜਿੱਥੇ ਕਿਤੇ ਮਹਾਰਾਜ ਜੀਆਂ ਦਾ ਸ੍ਰੇਸ਼ਟ ਜਸ ਫੈਲਿਆ ਹੋਇਆ ਹੈ, ਸ੍ਰੇਸ਼ਟ ਵਡਿਆਈ ਮਹਾਰਾਜ ਜੀਆਂ ਦੀ ਥਾਵਾਂ ਤੇ ਹੋ ਰਹੀ ਹੈ। ਰਾਜ ਸਾਜ ਸਤਿਗੁਰ ਘਰ ਆਇਓ ਤੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਘਰ ਵਿੱਚ ਰਾਜ ਵੀ ਆ ਗਿਆ ਤੇ ਸਾਜ ਕੀਏ ਸਮਾਨ, ਸਾਜੋ ਸਮਾਨ ਵੀ ਵਿਅਕਤ ਪਹੁੰਚਦਾ ਪਿਆ। ਤੇ ਮਹਾਰਾਜ ਦਾ ਇਸ ਵੇਲੇ ਜਿਹੜਾ ਉਹ ਰਾਜ ਬਣਿਆ ਹੋਇਆ, ਸਤਿਗੁਰੂ ਐਸੀ ਰਾਜ ਬਖਸ਼ਦੇ ਹਨ। ਸਤਿ ਸਮਾਜ ਭਲੇ ਵਰਤਾਇਓ ਇਸ ਤਰ੍ਹਾਂ ਮਹਾਰਾਜ ਜੀਆਂ ਦਾ ਸਮਾਨ ਵਧਦਾ ਪਿਆ ਹੈ। ਦੁਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕਰਤਾ ਅਨੇਕ ਵਿਲਾਸ ਇਸ ਤਰ੍ਹਾਂ ਮਹਾਰਾਜ ਕਈ ਕੌਤਕ ਕਰਦੇ ਹਨ। ਕਰੀ ਪ੍ਰਸਾਦੀ ਪਰਚੜੈ ਮਹਿਤ ਸ਼ਿੰਗਾਰੇ ਤਾਸ ਕਦੇ ਕਦੇ ਪਾਤਸ਼ਾਹ ਜੀ ਪ੍ਰਸਾਦੀ ਹਾਥੀ ਦੇ ਉੱਪਰ ਚੜ੍ਹਦਾ ਹੈ, ਹਾਥੀ ਨੂੰ ਸ਼ਿੰਗਾਰਿਆ ਜਾਂਦਾ ਹੈ, ਉਹਦੇ ਉੱਪਰ ਪਾਤਸ਼ਾਹ ਚੜ੍ਹ ਕੇ ਫਿਰ ਸੈਰ ਕਰਦੇ ਹਨ। ਚੌਪਈ ਮਨ ਮਹਿ ਵਿਚਰੈ ਪੁਨਪੁਰ ਪਾਵੇ ਕਦੇ ਮਹਾਰਾਜ ਹਾਥੀ ਨੂੰ ਲੈ ਕੇ ਜੰਗਲ ਵਿੱਚ ਚਲੇ ਜਾਂਦੇ, ਕਦੇ ਪਾਤਸ਼ਾਹ ਹਾਥੀ ਤੇ ਚੜ੍ਹੇ ਹੋਏ ਅਨੰਦਪੁਰ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ, ਗਲੀਆਂ ਦੇ ਵਿੱਚ ਵੀ ਮਹਾਰਾਜ ਉਸ ਵੇਲੇ ਘੁੰਮਦੇ ਨੇ, ਵਿਚਰਦੇ ਨੇ, ਸੰਗਤਾਂ ਨੂੰ ਦਰਸ਼ਨ ਦਿੰਦੇ ਕਿ ਜਿਹੜਾ ਸਾਡੇ ਦਰਸ਼ਨ ਨਹੀਂ ਕਰ ਸਕਿਆ, ਅਸੀਂ ਗਲੀ ਵਿੱਚੋਂ ਲੰਘਾਂਗੇ ਤੇ ਸਾਡੇ ਦਰਸ਼ਨ ਹੋ ਜਾਣਗੇ। ਸੰਗਤ ਨੂੰ ਇਸ ਤਰ੍ਹਾਂ ਹਾਥੀ ਦੇ ਚੜ੍ਹੇ ਹੋਏ ਮਹਾਰਾਜ ਗਲੀਆਂ ਦੇ ਵਿੱਚੋਂ ਵੀ ਆਉਂਦੇ ਜਾਂਦੇ, ਦਰਸ਼ਨ ਦਿੰਦੇ ਕਿ ਸਾਡੇ ਦਰਸ਼ਨ ਹੋ ਜਾਣ ਤੇ ਭਲਾ ਹੋ ਜਾਵੇ। ਐਸੇ ਮਹਾਰਾਜ ਕਿਰਪਾ ਕਰਦੇ ਹਨ। ਅਨਿਕ ਅਖੇਰ ਘਾਤ ਕਰ ਲਿਆ ਤੇ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਸ਼ਿਕਾਰ ਵੀ ਕਰਦੇ ਤੇ ਕਈ ਜੀਵਾਂ ਨੂੰ ਮਹਾਰਾਜ ਸ਼ਿਕਾਰ ਕਰਕੇ ਲਿਆਉਂਦੇ ਹਨ। ਜਦ ਜੀਵਨ ਕੇ ਪੰ ਪ੍ਰਕਾਸ਼ ਜਿਨ੍ਹਾਂ ਜੀਵਾਂ ਦੇ ਭਾਈ ਚੰਗਾ ਕਰਮ ਗਿਆ, ਮਹਾਰਾਜ ਦਾ ਸ਼ਿਕਾਰ ਵੀ ਉਹ ਬਣੇ, ਤੀਰਾਂ ਦੀ ਭੇਟ ਉਹ ਚੜ੍ਹਨਗੇ ਜਿਨ੍ਹਾਂ ਦਾ ਕੋਈ ਪਿਛਲਾ ਚੰਗਾ ਕਰਮ ਹੈ, ਕੋਈ ਚੰਗਾ ਪੁੰਨ ਗਿਆ ਹੈ, ਮਹਾਰਾਜ ਦੇ ਹੱਥੋਂ ਉਹਨਾਂ ਨੂੰ ਮੌਤ ਪ੍ਰਾਪਤ ਹੋਣੀ ਹੈ ਤਾਂ ਕਿ ਉਹ ਸਵਰਗਾਂ ਦੀ ਪ੍ਰਾਪਤੀ ਵਾਲੇ ਬਣ ਜਾਣ। ਐਸੀ ਦਾਤ ਜਿਨ੍ਹਾਂ ਜੀਵਾਂ ਨੂੰ ਪ੍ਰਾਪਤ ਹੋਈ ਹੈ, ਸਤਿਗੁਰ ਹਾਥ ਮਨੈ ਤਿਲ ਨਾਸ਼ੇ ਉਹਨਾਂ ਦਾ ਨਾਸ਼ ਬਣਦਾ ਮਹਾਰਾਜ ਦੇ ਹੱਥੋਂ। ਕਿੰਨੀਆਂ ਸਾਖੀਆਂ ਆਪਾਂ ਸਰਵਣ ਕਰਦੇ, ਜਿਵੇਂ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਗੁਰੂ ਕੀ ਵਡਾਲੀ ਦੀ ਧਰਤੀ ਤੇ ਇੱਕ ਸੂਰ ਨੂੰ ਮਾਰਿਆ। ਸੂਰ ਨੂੰ ਮਾਰਿਆ ਉਸ ਵੇਲੇ ਕਿਸੇ ਸਿੱਖ ਦੇ ਮਨ ਵਿੱਚ ਸ਼ੰਕਾ ਆ ਗਿਆ ਕਿ ਮਹਾਰਾਜ ਨੇ ਜੀਵ ਹੱਤਿਆ ਕੀਤੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੀਵ ਹੱਤਿਆ ਨਹੀਂ ਕੀਤੀ, ਇਹਦਾ ਭਲਾ ਕੀਤਾ। ਕਹਿਣ ਲੱਗੇ ਕਿਵੇਂ ਭਲਾ ਕੀਤਾ ਹੈ? ਉਦੋਂ ਫਿਰ ਪ੍ਰਸੰਗ ਸੁਣਾਇਆ। ਕਹਿਣ ਲੱਗੇ ਜਦੋਂ ਮਾਤਾ ਗੰਗਾ ਜੀ ਗਏ ਤਾਂ ਬਾਬਾ ਬੁੱਢਾ ਸਾਹਿਬ ਦੇ ਕੋਲ ਪੁੱਤਰ ਦੀ ਦਾਤ ਲੈਣ ਵਾਸਤੇ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸੁਭਾਵਕ ਹੀ ਕਿਹਾ ਵੀ ਗੁਰੂ ਪਿਆ ਨੂੰ ਭਾਜੜ ਪਈ ਹੈ। ਇੱਕ ਸੇਵਾਦਾਰ ਕੋਲ ਹੀ ਖਲੋਤਾ ਸੀ ਤੇ ਉਹਨੇ ਆਪਣੇ ਮੂੰਹ ਦੇ ਵਿੱਚ ਗੁੜਗੁੜ ਕੀਤਾ। ਗੁੜਗੁੜ ਕਰਨ ਤੋਂ ਭਾਵ ਇਹ ਸੀ ਵੀ ਇਹ ਇੱਕ ਆਮ ਸਿੱਖ ਗੁਰੂ ਘਰ ਦੇ ਖੇਤਾਂ ਦੀ ਰਾਖੀ ਵਾਲਾ, ਇਹ ਗੁਰੂ ਪਰਿਵਾਰ ਨੂੰ ਇਹ ਗੱਲ ਕਹਿ ਰਿਹਾ ਕਿ ਭਾਜੜ ਪਈ ਹੈ, ਨੇ ਸਤਿਕਾਰ ਨਹੀਂ ਕੀਤਾ। ਗੁੱਸੇ ਦੇ ਨਾਲ ਉਸਨੇ ਕੁਝ ਬਚਨ ਬੋਲੇ। ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਆਖਿਆ, ਕਹਿਣ ਲੱਗੇ ਕਿਉਂ ਸੂਰ ਵਾਂਗੂ ਘੁਰਘੁਰ ਕਰਦਾ? ਉਹ ਬਚਨ ਨਿਕਲੇ, ਸੂਰ ਵਾਂਗੂ ਕਿਉਂ ਘੁਰਘੁਰ ਕਰਦਾ ਪਿਆ? ਇਹ ਸਾਡੀ ਗੱਲ ਤੇ ਗੁਰੂ ਘਰ ਦੀ ਗੱਲ, ਅਸੀਂ ਜੋ ਮਰਜ਼ੀ ਕਰੀਏ, ਤੂੰ ਵਿੱਚ ਕਿਉਂ? ਕਈਆਂ ਦਾ ਸੁਭਾਅ ਹੁੰਦਾ ਨਾ ਅਗਲੇ ਦੇ ਕੰਮ ਦੇ ਵਿੱਚ ਲੱਤ ਫਸਾਉਣੀ, ਇਹਦਾ ਸੁਭਾਅ ਬਣਿਆ। ਜਦੋਂ ਬਚਨ ਨਿਕਲਿਆ ਇਹ ਮਨ ਵਿੱਚ ਜਾਣ ਗਿਆ ਕਿ ਇਹਨਾਂ ਦਾ ਬਚਨ ਨੂੰ ਪੂਰਾ ਹੋਣਾ। ਥੋੜੇ ਸਮੇਂ ਬਾਅਦ ਜਦੋਂ ਠੰਡਾ ਹੋਇਆ ਨਾ ਗੁੱਸਾ, ਜਦੋਂ ਚਰਨ ਫੜ ਲਿਆ, ਆਖਿਆ ਵੀ ਮਾਫ ਕਰ ਦਿਓ।
ਤੁਹਾਡਾ ਬਜਟ ਤੇ ਪੂਰਾ ਹੋਣਾ, ਪਰ ਮੇਰਾ ਭਲਾ ਕਰਨ ਦਾ ਵੀ ਤਰੀਕਾ ਦੱਸੋ, ਭਲਾ ਕਿਵੇਂ ਹੋਵੇ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਜਾਗਿਆ, ਕਹਿਣ ਲੱਗੇ ਜਿਸ ਮਾਤਾ ਦੇ ਅਸੀਂ ਬਜਟ ਬਲਾਸ ਕੀਤੇ ਤੇ ਤੈਨੂੰ ਸ਼ਰਾਬ ਮਿਲਿਆ ਨਾ, ਇਹਨਾਂ ਦਾ ਹੀ ਪੁੱਤਰ ਪੈਦਾ ਹੋਵੇਗਾ ਤੇ ਉਹ ਫਿਰ ਤੇਰਾ ਸ਼ਿਕਾਰ ਕਰਨਗੇ ਆ ਕੇ, ਉਦੋਂ ਤੈਨੂੰ ਇਹ ਜਨਮਾਂ ਵਿੱਚੋਂ ਮੁਕਤੀ ਮਿਲੇਗੀ, ਉਹ ਤੈਨੂੰ ਮੁਕਤ ਕਰਕੇ ਜਾਣਗੇ। ਸੋ ਇਹ ਬਚਨ ਬਾਬਾ ਬੁੱਢਾ ਸਾਹਿਬ ਜੀਆਂ ਦੇ ਫਿਰ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜਵਾਨ ਹੋਏ, ਇੱਕ ਦਿਨ ਮਹਾਰਾਜ ਆ ਰਹੇ ਸਨ ਤੇ ਕਿਸੇ ਨੇ ਆ ਕੇ ਦੱਸਿਆ ਮਹਾਰਾਜ ਇੱਥੇ ਬੜਾ ਭਿਆਨਕ ਸੂਰ ਰਹਿੰਦਾ, ਬੜਾ ਦੁੱਖ ਦਿੰਦਾ। ਤੇ ਬਾਦਸ਼ਾਹ ਤੇ ਜਾਣਦੇ ਸਨ ਕਿ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨਾਲ ਇਹ ਕਿਹੜੀ ਜੂਨ ਵਿੱਚ ਗਿਆ। ਮਹਾਰਾਜ ਜੀ ਨੇ ਫਿਰ ਉਹਦਾ ਉਦਾਹਰਨ ਕੀਤਾ ਸੀ, ਤੀਰ ਮਾਰ ਉਹਨੂੰ ਮੁਕਤ ਕੀਤਾ। ਅਸੀਂ ਕਈ ਵਾਰੀ ਇਹ ਸ਼ੰਕਾ ਕਰ ਲੈਂਦੇ ਵੀ ਮਹਾਰਾਜ ਜੀ ਹੱਤਿਆ ਕਰਦੇ, ਇਹ ਤੇ ਪਾਪ ਵਾਲਾ ਕੰਮ ਹੈ। ਪਾਪ ਵਾਲਾ ਕੰਮ ਸਾਡੇ ਵਾਸਤੇ ਹੈ, ਕਿਉਂਕਿ ਅਸੀਂ ਕਰਮਾਂ ਨੂੰ ਭੋਗਣ ਵਾਸਤੇ ਆਏ ਹਾਂ। ਅਸੀਂ ਆਪਣੇ ਆਪ ਨੂੰ ਮੁਕਤ ਕਰ ਲਈਏ, ਸਾਡੇ ਵਾਸਤੇ ਇੰਨਾ ਬੜਾ, ਪਰ ਗੁਰੂ ਸਾਡੇ ਵਾਂਗ ਕਰਮਾਂ ਨੂੰ ਭੁਗਤਣ ਨਹੀਂ ਆਏ। ਗੁਰੂ ਆਪ ਮੁਕਤ ਕਰੇ ਸੰਸਾਰ, ਆਪ ਮੁਕਤ ਨੇ, ਸੰਸਾਰ ਨੂੰ ਮੁਕਤੀ ਦੇਣ ਆਏ ਨੇ। ਜੇ ਮਹਾਰਾਜ ਦਾ ਤੀਰ ਚੱਲਿਆ ਜਾਂ ਤਲਵਾਰ ਚਲੀ ਹੈ ਕਿਸੇ ਸ਼ੇਰ ਦੇ ਉੱਪਰ, ਕਿਸੇ ਜੀਵ ਦੇ ਉੱਪਰ, ਪਾਤਸ਼ਾਹ ਜੀ ਉਹਦਾ ਭਲਾ ਕਰਦੇ ਪਏ, ਉਹਨੂੰ ਜੰਮਣ ਤੇ ਮਰਨ ਤੋਂ ਮੁਕਤ ਕਰਦੇ ਪਏ। ਇਹ ਵੀ ਉਹਨਾਂ ਦੀ ਇੱਕ ਦਇਆ ਹੈ, ਇਹ ਵੀ ਉਹਨਾਂ ਦੀ ਇੱਕ ਰਹਿਮਤ ਹੈ। ਊਚੇ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਨਾਮ ਕੇ ਉਤਰੇ ਸੁਣਤੇ ਉਤਰੇ ਬਿਰਸੇ ਪਾਪ ਕਮੇਗੇ, ਪਸ਼ੂ ਪ੍ਰੇਤ ਮੁਕਤ ਕੋ ਤਾਰੇ ਮਾਹਨ ਪਾਰੇ ਉਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਇਹ ਮਹਾਰਾਜ ਦੇ ਬਚਨ ਨੇ, ਸਤਿਗੁਰੂ ਦੇ ਪਸ਼ੂਆਂ ਦਾ ਭਲਾ ਕਰ ਦਿੰਦੇ। ਪਰ ਜੇ ਕੋਈ ਗੁਰੂ ਦਾ ਸਿੱਖ ਭਾਵਨਾ ਦੇ ਨਾਲ ਆਵੇਗਾ ਤਾਂ ਉਹਦਾ ਭਲਾ ਕਿਉਂ ਨਹੀਂ ਹੋਵੇ, ਜ਼ਰੂਰ ਹੋ ਜਾਂਦਾ। ਸੋ ਇਸ ਤਰ੍ਹਾਂ ਇੱਥੇ ਮਹਾਰਾਜ ਇਹ ਸੌਦਾ ਕਰਦੇ, ਮਤਾ ਇਹ ਸੋਚ ਲੈਣਾ ਵੀ ਮਹਾਰਾਜ ਜੀ ਹੱਤਿਆ ਕਰਦੇ ਨਹੀਂ, ਜੀਵਾਂ ਨੂੰ ਮੁਕਤ ਕਰਦੇ ਪਏ, ਜਨਮਾਂ ਤੋਂ ਬਚਾਉਂਦੇ ਪਏ। ਇਹ ਮਹਾਰਾਜ ਇੱਕ ਬਹਾਨਾ ਸ਼ਿਕਾਰਤਾ ਕਰਕੇ ਇਸ ਤਰ੍ਹਾਂ ਕਰਦੇ। ਪਰ ਆਪਾਂ ਉਹ ਕਰਮ ਨਹੀਂ ਕਰ ਸਕਦੇ, ਕਿਉਂਕਿ ਸਾਡੇ ਵਿੱਚ ਉਹ ਸਮਰੱਥਾ ਨਹੀਂ ਨਾ ਹੈਗੀ ਗੁਰੂ ਵਾਲੀ। ਗੁਰੂ ਦੇ ਸਮਰੱਥ ਪਰਮੇਸ਼ਰ, ਪਰ ਜੇ ਆਪਾਂ ਆਖੀਏ ਵੀ ਮੈਂ ਵੀ ਮੁਰਗਾ ਮਾਰ ਕੇ ਖਾਧਾ ਤੇ ਮੁਰਗੇ ਦਾ ਮੈਂ ਭਲਾ ਕਰ ਦਿੱਤਾ, ਨਹੀਂ, ਮੁਰਗੇ ਦਾ ਭਲਾ ਨਹੀਂ ਕੀਤਾ, ਇਹ ਭਲਾ ਮੈਂ ਆਪਣਾ ਕੀਤਾ, ਆਪਣੇ ਪੇਟ ਦਾ ਉਹਨੂੰ ਭਰਿਆ। ਤੇ ਮੁਰਗੇ ਦੀ ਥਾਂ ਤੇ ਇੱਕ ਦਿਨ ਆਪਣੀ ਧੌਣ ਵੀ ਉਸੇ ਟੋਕੇ ਥੱਲੇ ਆਉਣੀ, ਕਿਉਂਕਿ ਐ ਕਰ ਕਰੇ ਸੋ ਐ ਕਰ ਪਾਏ, ਜਿਵੇਂ ਦਾ ਕੀਤਾ ਉਵੇਂ ਦਾ ਫਲ ਤੇ ਮਿਲਣਾ ਹੈ। ਜੇ ਚਾਹਣਾ ਕਿ ਮੇਰੀ ਗਰਦਨ ਉੱਤੇ ਨਾ ਕੱਟੀ ਜਾਵੇ ਤੇ ਫਿਰ ਇਹ ਪਾਪ ਕਰਨ ਤੋਂ ਬਚ, ਤੇ ਜੇ ਆਪ ਉਹਨਾਂ ਕਰਮਾਂ ਨੂੰ ਕਰਨਾ ਤੇ ਫਿਰ ਉਹਦਾ ਫਲ ਤੇ ਮਿਲੇਗਾ। ਪਰ ਗੁਰੂ ਸਮਰੱਥ ਹੈ, ਇਸ ਕਰਕੇ ਗੁਰੂ ਨੂੰ ਪਾਪ ਜਾਂ ਪੁੰਨ ਨਹੀਂ, ਗੁਰੂ ਜੇ ਕਰਮ ਕਰਦਾ ਤੇ ਭਲੇ ਦਾ ਹੁੰਦਾ ਹੈ। ਕਦੇ ਕਦੇ ਮਹਾਰਾਜ ਜੀ ਬੜਾ ਤੇਜ਼ ਭੱਜਣ ਵਾਲਾ ਘੋੜਾ, ਉਹਦੇ ਉੱਪਰ ਵੀ ਸਵਾਰ ਹੁੰਦੇ ਹਨ। ਭੱਜਦੇ ਹੋਏ ਘੋੜੇ ਦੀਆਂ ਮਹਾਰਾਜ ਛਾਲਾਂ ਵੀ ਕਰਵਾਉਂਦੇ ਨੇ, ਜਿਵੇਂ ਹਿਰਨ ਭੱਜਦਾ ਵੇਖਿਆ ਨਾ ਦੌੜਦਾ, ਡਿਸਕਵਰੀ ਚੈਨਲ ਤੇ ਵਿਖਾਉਂਦੇ ਕਈ ਵਾਰ ਵੀ ਹਿਰਨ ਭੱਜਦਾ, ਛਾਲਾਂ ਮਾਰਦਾ ਜਾਂਦਾ, ਕਿੰਨੇ ਥਾਂ ਉਹਦੇ ਪੈਰ ਹੀ ਥੱਲੇ ਨਹੀਂ ਲੱਗਦੇ, ਹਵਾ ਦੇ ਵਿੱਚ ਚੂੜੀਆਂ ਭਰਦਾ ਜਾਂਦਾ। ਮਹਾਰਾਜ ਜੀਆਂ ਦਾ ਘੋੜਾ ਕਹਿਣ ਲੱਗੇ ਇਸੇ ਤਰ੍ਹਾਂ ਇੰਨਾ ਦੌੜਦਾ ਹੈ ਵੀ ਹਿਰਨ ਦੇ ਵਾਂਗ ਛਾਲਾਂ ਹੀ ਮਾਰਦਾ ਰਹਿੰਦਾ ਹੈ। ਸ਼ਾਸਤਰ ਨੂੰ ਅਭਿਆਸ ਕਰਨਾ ਤੇ ਰੋਜ਼ ਦੇ ਰੋਜ਼ ਮਹਾਰਾਜ ਸ਼ਾਸਤਰ ਵਿਦਿਆ ਦੇ ਅਭਿਆਸ ਨੂੰ ਕਰਵਾਉਂਦੇ ਹਨ। ਇੱਕ ਵਰਤੀ ਕੋ ਸਿਖਰਾਵੇ, ਸਤਿਗੁਰੂ ਪਾਤਸ਼ਾਹ ਦੀ ਵਿਦਿਆ ਅੱਗੇ ਵੀ ਬਣਦੇ ਨੇ, ਜਿਹੜੇ ਨਾਲ ਲੈਣ ਵਾਲੇ ਸਿੱਖ ਉਹਨਾਂ ਨੂੰ ਮਹਾਰਾਜ ਦੱਸਦੇ ਇਸ ਸ਼ਸਤਰ ਵਿਦਿਆ ਨੂੰ ਕਿਵੇਂ ਕਮਾਉਣਾ ਹੈ। ਉਮਰ ਤੀਰ ਤੁਕ ਤਲਵਾਰ, ਇਹ ਸ਼ਸਤਰਾਂ ਦੇ ਨਾਮ ਨੇ, ਤੋਮਰ ਨਾਮ ਗੁਰੂ ਕੋ ਬਖਸ਼ੇਗਾ। ਬਖਸ਼ਾ ਕਿਵੇਂ ਚਲਾਉਣਾ ਹੈ, ਤੀਰ ਕਿਵੇਂ ਚਲਾਉਣਾ ਹੈ, ਤੁਕ ਬੰਦੂਕ ਕਿਵੇਂ ਚਲਾਉਣੀ ਹੈ, ਤਲਵਾਰ ਕਿਵੇਂ ਚਲਾਉਣੀ, ਮਹਾਰਾਜ ਦੱਸਦੇ ਹਨ। ਤਮਾਚੇ ਤੇਗੇ ਚਾਰ, ਇਸੇ ਤਰ੍ਹਾਂ ਤਮਾਚਾ, ਪਿਸਤੌਲ ਤੇ ਵੱਡੀਆਂ ਵੱਡੀਆਂ ਤੀਗਾਂ, ਸਰੋਈਆਂ, ਸੈਫਾਂ ਸ਼ਸਤਰਾਂ ਦੇ ਨਾਲ ਨੇ ਸਤਿਗੁਰੂ ਚਲਾਉਣ ਦੀ ਸਿੱਖਿਆ ਦਿੰਦੇ ਹਨ। ਬਖਸ਼ਾ ਸੁਤਰ ਤੋਂ ਹਰ ਖਾਵੇ, ਨਾਲੇ ਦਿੰਦੇ ਵੀ ਨੇ ਮਹਾਰਾਜ ਨਵੇਂ ਨਵੇਂ ਹਥਿਆਰ ਸੂਰਮੇ ਕੁਛ ਹੁੰਦੇ, ਆਪ ਚਲਾਏ ਤੈਨੂੰ ਦਿਖਾਵੇ, ਆਪ ਚਲਾ ਕੇ ਵਿਖਾਉਂਦੇ, ਇਸ ਤਰ੍ਹਾਂ ਚਲਾਈਦੇ ਹਨ। ਸੂਰਤਾ ਕਰੇ ਸਰਾਹ, ਫਿਰ ਸੂਰਮਿਆਂ ਦੀ ਸੂਰਮਤਾਈ ਦੀ ਮਹਾਰਾਜ ਸ਼ਾਬਾਸ਼ ਕਰਕੇ ਵਡਿਆਉਂਦੇ ਹਨ। ਲਟਕਦੇ ਹੋਏ ਲੋਕ ਪਟ ਬਾਹਾਂ, ਇਸ ਤਰ੍ਹਾਂ ਸੂਰਮੇ ਦੀਆਂ ਬਾਹਾਂ ਨਾਲ ਲੋਕ ਲੜਕਦੇ ਹੁੰਦੇ। ਮਹਾਰਾਜ ਇਸ ਤਰ੍ਹਾਂ ਕਹਿੰਦੇ, ਸੂਰਮਿਓ ਤੁਹਾਡੀਆਂ ਬਾਹਾਂ ਦੇ ਵਿੱਚ ਹੀ ਰਾਜ ਹੈ, ਤੁਹਾਡੀਆਂ ਬਾਹਾਂ ਦੇ ਵਿੱਚ ਇੱਜ਼ਤ ਹੈ, ਜਿਹਨੇ ਜਿੰਨਾ ਬਲ ਕਮਾਇਆ ਉਹਨੂੰ ਉਨੀ ਵੱਡੀ ਦਾਤ ਮਿਲਦੀ ਹੈ। ਤੇ ਜਿਹੜਾ ਸੂਰਮਾ ਬਣਦਾ ਉਹ ਧਰਤੀ ਦੇ ਸੁਖ ਲੈਂਦਾ, ਜਿੱਤ ਕੇ ਇੱਥੇ ਦਾਤਾਂ ਮਿਲਦੀਆਂ ਹਨ। ਜਿਹੜਾ ਜੰਗ ਵਿੱਚ ਸ਼ਹੀਦ ਹੋ ਜਾਂਦਾ ਉਹਨੂੰ ਮੁਕਤੀ ਮਿਲਦੀ ਹੈ। ਸੰਸਾਰ ਵਿੱਚੋਂ ਦੋ ਬੰਦੇ ਮੁਕਤ ਹੁੰਦੇ, ਇੱਕ ਮੁਕਤੀ ਉਹਨੂੰ ਮਿਲੀ ਹੈ ਜਿਹੜਾ ਬ੍ਰਹਮ ਗਿਆਨੀ ਹੈ, ਕਿ ਉਹ ਸੰਸਾਰ ਵਿਕਾਰ ਸੰਸੇ ਮੈਂ
ਤਰੇ ਉਹ ਬ੍ਰਹਮ ਗਿਆਨੀ। ਸੰਸਾਰ ਵਿੱਚੋਂ ਮੁਕਤ ਹੋਇਆ ਬ੍ਰਹਮ ਗਿਆਨੀ, ਤੇ ਜਾਂ ਫਿਰ ਸੰਸਾਰ ਵਿੱਚੋਂ ਮੁਕਤ ਉਹ ਹੋਇਆ ਜਿਹਨੇ ਧਰਮ ਦੇ ਵਾਸਤੇ ਧਰਮ ਹੇਤ ਸਾਕਾ ਜਿਨ ਕੀਆ, ਜਿਹਨੇ ਧਰਮ ਦੇ ਵਾਸਤੇ ਸ਼ਹੀਦੀ ਦਿੱਤੀ ਉਹ ਮੁਕਤ ਹੋਵੇਗਾ। ਇਹਨਾਂ ਦੋਵਾਂ ਨੂੰ ਮੁਕਤੀ ਸੰਸਾਰ ਵਿੱਚੋਂ ਮਿਲਦੀ ਹੈ। ਸਤਿਗੁਰੂ ਦੱਸਦੇ ਪਏ, ਕਹਿੰਦੇ ਜੇ ਲੜ ਕੇ ਜਿੱਤੋਗੇ ਤੇ ਰਾਜ ਦਾ ਸੁਖ ਲਵੋਗੇ, ਸ਼ਹੀਦੀ ਪਾਓਗੇ ਤੇ ਸੱਚਖੰਡ ਦਾ ਸੁਖ ਮਿਲੇਗਾ। ਐਸੀਆਂ ਦਾਤਾਂ ਮਿਲਦੀਆਂ ਹਨ। ਅਨੇਕ ਤਰ੍ਹਾਂ ਦੇ ਆਨੰਦ ਸਤਿਖੰਡ ਦੀ ਪ੍ਰਾਪਤੀ ਦੇ ਹਨ। ਸਾਰਿਆਂ ਵਿੱਚ ਜਸ ਪ੍ਰਾਪਤ ਹੁੰਦਾ ਹੈ। ਦੇਸ਼ ਵਿਦੇਸ਼ਾਂ ਸੰਗਤ ਆਵੇ, ਦੇਸ਼ ਕੇ ਵਿਦੇਸ਼ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ। ਦਾਸ ਹੈ ਮਨੋ ਕਾਮਨਾ ਪਾਵੇ। ਸਤਿਗੁਰਾਂ ਦੇ ਦਰਸ਼ਨ ਕਰਦੇ, ਜਿਹੜਾ ਦਰਸ਼ਨ ਕਰਦਾ ਮਨੋ ਕਾਮਨਾ, ਮਨ ਦੀ ਕਾਮਨਾ ਕੀ ਹੈ? ਉਹ ਗੁਰੂ ਕੋਲੋਂ ਪ੍ਰਾਪਤ ਹੋ ਜਾਂਦੀ ਹੈ। ਮਨ ਦੀ ਕਾਮਨਾ ਜਿਹੜੀ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ, ਕਿਸੇ ਨੂੰ ਕਹਿ ਨਹੀਂ ਸਕਦੇ, ਉਹ ਵੀ ਕਾਮਨਾ ਗੁਰੂ ਪੂਰੀਆਂ ਕਰਦਾ ਹੈ। ਸਿੱਖਾਂ ਕੋ ਸ਼ੁਭ ਮਤ ਨਿਤ ਦੇ। ਮਹਾਰਾਜ ਆਪਣੇ ਸਿੱਖਾਂ ਨੂੰ ਸ੍ਰੇਸ਼ਟ ਮਤ ਦਿੰਦੇ। ਗੁਰੂ ਘਰ ਆ ਕੇ ਮਾੜੀ ਮਤ ਨਹੀਂ ਮਿਲਦੀ ਹੈ, ਗੁਰੂ ਘਰ ਆ ਕੇ ਚੰਗੀ ਮਤ ਹੀ ਮਿਲਦੀ ਹੈ। ਤਾਂ ਹੀ ਆਖਿਆ ਜਾਂਦਾ ਨਾ ਵਡਭਾਗੀ ਹਰ ਸੰਗਤ ਪਾਵੇ। ਗੁਰੂ ਘਰ ਆਉਣਾ ਚਾਹੀਦਾ, ਚੰਗੀ ਸਿੱਖਿਆ ਮਿਲਦੀ ਹੈ ਤੋਂ ਆ ਕੇ। ਪਰ ਜੇ ਆਈਏ ਨਾਲ ਸਿੱਖਿਆ ਸਤ ਸੰਗਤ ਵਿੱਚ ਆ ਕੇ ਚੰਗੀ ਸਿੱਖਿਆ ਮਿਲਦੀ ਹੈ ਭਲੇ ਦੀ, ਇਹ ਤੋਂ ਭਲਾ ਹੋ ਜਾਂਦਾ। ਕਹਿ ਲਗੇ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਪਾਤਸ਼ਾਹ ਸ੍ਰੇਸ਼ਟ ਮਤ ਬਖਸ਼ਿਸ਼ ਕਰਦੇ ਹਨ। ਗਿਆਨ ਵੈਰਾਗ ਸਮੇਤ ਤੇ ਮਹਾਰਾਜ ਭਗਤੀ ਗਿਆਨ ਵੈਰਾਗ ਇਹ ਸਾਰੀਆਂ ਦਾਤਾਂ ਦਿੰਦੇ ਹਨ। ਇਸ ਪ੍ਰਕਾਰ ਦੇ ਸਮਾਂ ਬਤਾਵੇ। ਇਸ ਤਰ੍ਹਾਂ ਮਹਾਰਾਜ ਜੀ ਸਾਰੇ ਕਾਰਜ ਕਰਦੇ ਹਨ। ਭੈ ਕਰੁਣ ਗੁਰੂ ਰੂਪ ਸੁਹਾਵੇ। ਇਸ ਵੇਲੇ ਮਹਾਰਾਜ ਗੁਰੂ ਕੋ ਜਵਾਨ ਹੋ ਗਏ, ਜਵਾਨੀ ਕੁਝ ਪੈਰ ਰੱਖਿਆ। ਮਹਾਰਾਜ ਸਾਹਿਬ ਜੀ ਜਵਾਨ ਹੋਏ ਨੇ। ਦਾੜਾ ਮਹਾਰਾਜ ਦੇ ਮੁਖ ਤੇ ਨਿਕਾ ਨਿਕਾ ਸ਼ੁਭਾ ਹੁੰਦਾ, ਬੜਾ ਸੁੰਦਰ ਸਰੂਪ ਹੈ। ਇਹ ਤਾਂ ਸਮਾਂ ਬਤੂਤਨ ਭਇਓ। ਇਸ ਤਰ੍ਹਾਂ ਕੁਝ ਮਹੀਨੇ ਬਤੀਤ ਹੋ ਗਏ ਹਨ। ਜਬ ਤੋਂ ਭੀਮ ਚੰਦ ਮਿਲ ਗਏ। ਭੀਮ ਚੰਦ ਜਦੋਂ ਤੋਂ ਮਿਲ ਕੇ ਗਿਆ, ਕਈ ਮਹੀਨੇ ਲੰਘ ਗਏ। ਉਹ ਚਲਾ ਗਿਆ ਮਹਾਰਾਜ ਨੂੰ ਮਿਲ ਕੇ, ਸੋਚਦਾ ਸੀ ਮੈਂ ਹਾਥੀ ਲੈ ਕੇ ਜਾਣਾ ਹੈ। ਉਹ ਹਾਥੀ ਕਿਵੇਂ ਲੈ ਕੇ ਆਉਣਾ ਤਿਆਰੀ ਕਰਦਾ ਪਿਆ। ਇਧਰੋਂ ਮਹਾਰਾਜ ਆਪਣੇ ਸੂਰਮਿਆਂ ਨੂੰ ਜੰਗ ਕਿਵੇਂ ਲੜਨਾ ਸਿਖਾਉਂਦੇ ਪਏ ਹਨ। ਮਨ ਮੂਰਖ ਦੇ ਚਿਤਵਨ ਸੋਈ। ਪਰ ਇਹ ਮੂਰਖ ਬੰਦਾ ਹੈ। ਜਦੋਂ ਕੁਝ ਮਹੀਨੇ ਲੰਘ ਗਏ ਤਾਂ ਗੱਲ ਚੇਤੇ ਆਈ। ਕਹਿਣ ਲੱਗਾ ਵੀ ਮਹਾਰਾਜ ਦੇ ਕੋਲ ਹਾਥੀ ਵੇਖ ਕੇ ਆਇਆ ਤੇ ਮੈਂ ਲੈਂਦਾ ਨਹੀਂ ਅਜੇ ਤੱਕ। ਉਹ ਗੱਲ ਇਸ ਨੂੰ ਯਾਦ ਆ ਗਈ ਹੈ। ਹੁਣ ਮਨ ਵਿੱਚ ਸੋਚਦਾ ਵੀ ਮੈਂ ਹਾਥੀ ਲਿਆਵਾਂ, ਬਾਕੀ ਕੰਮਾਂ ਕਾਰਾਂ ਤੋਂ ਵਿਹਲਾ ਹੋ ਗਿਆ। ਭੀਮ ਚੰਦ ਕਈ ਮਹੀਨੇ ਲੰਘ ਗਏ। ਹੁਣ ਇਹਨੂੰ ਸਮਾਂ ਮਿਲਿਆ ਵੀ ਮਹਾਰਾਜ ਦਾ ਹਾਥੀ ਖੋਹ ਕੇ ਲਿਆਉਣਾ ਹੈ। ਉਹ ਜਿਹੜਾ 2.5 ਲੱਖ ਦਾ ਸ਼ਮਿਆਨਾ ਜਲੂਆ ਬਣਾਇਆ ਉਹ ਵੀ ਲੈ ਕੇ ਆਉਣਾ ਹੈ। 5 ਕਲਾ ਸ਼ਸਤਰ ਲੈ ਕੇ ਆਉਣਾ ਹੈ। ਹੁਣ ਇਸ ਗੱਲ ਦਾ ਯਤਨ ਕਰਨ ਲੱਗਾ ਵੀ ਕਿਵੇਂ ਲੈਣਾ ਹੈ। ਮਨ ਕੋ ਜਤਨ ਕੋ ਜਿਤਵਤ ਰਹੇ। ਮਨ ਵਿੱਚ ਰੋਜ਼ ਸੋਚਦਾ ਇਹੋ ਜਿਹਾ ਕਿਹੜਾ ਬਹਾਨਾ ਲਾਵਾਂ, ਜਿਹੜਾ ਬਹਾਨਾ ਮੇਰਾ ਸਤਿਗੁਰਾਂ ਨੂੰ ਪੂਰਾ ਲੱਗੇ, ਸੱਚਾ ਲੱਗੇ ਤੇ ਮਹਾਰਾਜ ਨਾ ਕਰ ਸਕਣ ਮੈਨੂੰ। ਇਸ ਤਰ੍ਹਾਂ ਦੇ ਰੋਜ਼ ਬਹਾਨੇ ਸੋਚਦਾ ਹੈ। ਇਸ ਪ੍ਰਕਾਰ ਕਰ ਗੁਰ ਤੇ ਰਹੇ। ਤੇ ਮਹਾਰਾਜ ਦੇ ਅੱਗੇ ਕਿਹੜਾ ਝੂਠ ਬੋਲਾਂ, ਕਿਹੜਾ ਫਰੇਬ ਕਰਾਂ, ਕਿਹੜਾ ਧੋਖਾ ਕਰਾਂ, ਕਿਹੜੀ ਚਲਾਕੀ ਕਰਾਂ। ਇਸ ਕਰਕੇ ਮਹਾਰਾਜ ਮਨ ਜਾਣ ਮੈਨੂੰ ਦੇਣ ਵਾਸਤੇ ਰੋਜ਼ ਨਵੀਂ ਤੋਂ ਨਵੀਂ ਗੱਲ ਸੋਚਦਾ ਹੈ। ਕੀ ਬਾਤ ਨਾ ਛੇ। ਮਨ ਵਿੱਚ ਇਹ ਵੀ ਸੋਚਦਾ ਹੈ ਵੀ ਮਹਾਰਾਜ ਨਾਲ ਜੰਗ ਕਰਨਾ ਠੀਕ ਨਹੀਂ। ਪਹਿਲੇ ਦਿਨ ਕਿਉਂ ਵੈਰ ਪਾਉਣਾ? ਜਿਹੜਾ ਕੰਮ ਸੁਲਾ ਸਫਾਈ ਨਾਲ ਮਿੱਤਰਤਾਈ ਨਾਲ ਹੋ ਜਾਵੇ ਉਹਦੇ ਵਾਸਤੇ ਜੰਗ ਕਿਉਂ ਕਰਨਾ? ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੈ। ਲੜਾਈ ਤੇ ਬਰਬਾਦੀ ਦਾ ਕਾਰਨ ਹੈ। ਲੜਨਾ ਤੇ ਬੜਾ ਸੌਖਾ ਹੈ, ਪਰ ਲੜ ਕੇ ਉਹਨੂੰ ਸਾਹਮਣਾ ਬੜਾ ਔਖਾ ਹੈ। ਲੜਨ ਦੇ ਨਾਲ ਜਿਹੜਾ ਹੈ ਉਹ ਮਨਾਂ ਦੇ ਵਿੱਚ ਵਿਰੋਧ ਵੱਧ ਜਾਂਦਾ, ਨਫ਼ਰਤ ਵੱਧ ਜਾਂਦੀ ਹੈ। ਪਰ ਜਿਹੜੀ ਗੱਲਬਾਤ ਕੀਤੀ ਗੱਲ ਬਣ ਜਾਣੀ ਹੈ, ਉਹਦੇ ਵਰਗੀ ਰੀਸ ਕੋਈ ਨਹੀਂ ਹੈ। ਇਹ ਭੀਮ ਚੰਦ ਰਾਜਾ ਸੋਚਦਾ ਪਿਆ, ਕਹਿਣ ਲੱਗਾ ਵੀ ਲੜਨਾ ਵੀ ਮਹਾਰਾਜ ਦੇ ਨਾਲ ਠੀਕ ਨਹੀਂ ਹੈ। ਜਦੋਂ ਮੈਨੂੰ ਕਪਟ ਕਰਨਾ ਆਉਂਦਾ, ਛਲ ਕਰਨਾ ਆਉਂਦਾ ਤੇ ਮੈਂ ਛਲ ਦੇ ਨਾਲ ਕੰਮ ਕਰਾਂ ਨਾ, ਮਹਾਰਾਜ ਨੂੰ ਪਤਾ ਵੀ ਨਾ ਲੱਗੇ ਤੇ ਮੇਰਾ ਕੰਮ ਵੀ ਸਾਫ਼ ਹੋ ਜਾਏ। ਜਿਹੜਾ ਬੰਦਾ ਚਲਾਕ ਹੁੰਦਾ ਤਾਂ ਉਹ ਕਪਟ ਕਰਨ ਲੱਗਿਆ, ਮਿੰਟ ਲਾਉਂਦਾ, ਛਲ ਕਰਨ ਲੱਗਿਆ। ਉਸਦੇ ਮਨ ਦੇ ਵਿੱਚ ਇਹ ਹੁੰਦਾ ਕਿ ਮੇਰਾ ਨਹੀਂ ਕਿਸੇ ਨੂੰ ਪਤਾ ਲੱਗਦਾ ਪਿਆ, ਮੈਂ ਬੜਾ ਜ਼ਿਆਦਾ ਕਪਟ ਕਰਨ ਵਿੱਚ, ਛਲ ਕਰਨ ਵਿੱਚ ਤਿਆਰ ਹਾਂ। ਤੇਜ ਹਾਂ। ਜਿਵੇਂ ਕਬੂਤਰ ਹੁੰਦਾ ਨਾ, ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰ ਲੈ। ਕਬੂਤਰ ਦੀ ਚਲਾਕੀ ਹੈ ਕਿ ਬਿੱਲੀ ਮੈਨੂੰ ਕੋਈ ਨਹੀਂ ਵੇਖਦੀ, ਪਰ ਪਤਾ ਉਦੋਂ ਲੱਗਦਾ ਜਦੋਂ ਬਿੱਲੀ ਤੁਹਾਨੂੰ ਫੜ ਲੈਂਦੀ ਹੈ। ਇਸ ਤਰ੍ਹਾਂ ਜਿਨ੍ਹਾਂ ਵਿੱਚ ਚਲਾਕੀ ਹੈ ਉਹਨਾਂ ਦੇ ਮਨ ਵਿੱਚ ਹੁੰਦਾ ਵੀ ਮੈਂ ਛਲ ਕਰ ਸਕਦਾ, ਮੈਨੂੰ ਕੋਈ ਵੇਖਦਾ ਨਹੀਂ। ਇਹੋ ਹੀ ਗੱਲ ਭੀਮ ਚੰਦ ਦੇ ਮਨ ਵਿੱਚ ਹੈ ਕਿ ਮਹਾਰਾਜ ਦੇ ਨਾਲ ਮੈਂ ਚਲਾਕੀ ਕਰਾਂਗਾ, ਸਤਿਗੁਰਾਂ ਨੂੰ ਪਤਾ ਨਹੀਂ ਲੱਗਣਾ ਹੈ। ਇੱਕ ਦਿਨ ਬੈਠ ਸਭਾ ਕਿਉਂ ਨਹੀਂ। ਕਹਿਣ ਲੱਗੇ ਅੱਜ ਉਹ ਦਿਨ ਆ ਗਿਆ ਹੈ ਕਿ ਹੁਣ ਭੀਮ ਚੰਦ ਕਹਿੰਦਾ ਵੀ ਮਹਾਰਾਜ ਤੋਂ ਹਾਥੀ ਲਿਆਉਣਾ। ਇੱਕ ਦਿਨ ਇਹਨੇ ਆਪਣੀ ਕਚਹਿਰੀ ਲਾਈ, ਕਚਹਿਰੀ ਵਿੱਚ ਬੈਠਾ ਹੋਇਆ ਉਸ ਵੇਲੇ ਮਤ ਕਰੇ ਹੰਕਾਰ ਨਾ ਪਾਏ। ਇਹਨੇ ਆਪਣੇ ਸਿਆਣੇ ਸਿਆਣੇ ਵਜ਼ੀਰ, ਸਿਆਣੇ ਸਿਆਣੇ ਜਿਹੜੇ CID ਲੈਣ ਵਾਲੇ ਵਿਅਕਤੀ,
ਉਹਨਾਂ ਨੂੰ ਸਭਾ ਵਿੱਚ ਬੁਲਾਇਆ। ਬਾਕੀ ਆਲਤੂ ਫਾਲਤੂ ਨਹੀਂ ਕਿਸੇ ਨੂੰ ਸੱਦਿਆ। ਜਿਹੜੇ ਬੜੇ ਚਲਾਕ ਬੜੇ ਸਿਆਣੇ ਉਹਨਾਂ ਨੂੰ ਬੁਲਾਇਆ ਕਿ ਆਓ ਮੇਰੇ ਕੋਲ ਮੈਂ ਤੁਹਾਡੀ ਸਲਾਹ ਲੈਣੀ ਹੈ। ਜਗਤ ਸਾਹਿਬ ਅਪਰ ਵਜ਼ੀਰ ਆ ਗਏ ਤੇ ਕੋਲ ਵਜ਼ੀਰ ਤੇ ਮੰਤਰੀ ਜਿਨੇ ਹਨ। ਆਏ ਤੇਰੇ ਪੂਪਤ ਕੇ ਜਿੱਥੇ ਇਹ ਬੈਠਾ ਹੋਇਆ ਰਾਜਾ ਉਹ ਸਾਰੇ ਆ ਕੇ ਬੈਠੇ ਹਨ। ਸਭ ਇੱਕ ਭਰੇ ਮਨ ਰੱਖਿਆ। ਇਹਨੇ ਸਾਰਿਆਂ ਦੇ ਸਾਹਮਣੇ ਆਪਣੀ ਹੁਣ ਗੱਲ ਪ੍ਰਗਟ ਕੀਤੀ। ਕਹਿਣ ਲੱਗਾ ਵੀ ਮੇਰੇ ਜਿੰਨੇ ਵਜ਼ੀਰ ਨੇ ਮੰਤਰੀ ਨੇ ਸਾਰੇ ਜਿੰਨੇ ਵੀ ਤੁਸੀਂ ਸਿਆਣੇ ਹੋ, ਮੇਰਾ ਮਨੋਰਥ ਇਹ ਹੈ ਵੀ ਮੈਂ ਗੁਰੂ ਕੋਲੋਂ ਹਾਥੀ ਲੈ ਕੇ ਆਉਣਾ ਤੇ ਉਹ 2.5 ਲੱਖ ਦੀ ਚਾਂਦਨੀ ਵੀ ਲੈ ਕੇ ਆਉਣੀ ਹੈ। ਇਹ ਮੇਰੇ ਮਨ ਦੀ ਇੱਛਾ ਹੈ। ਹੁਣ ਤੁਸੀਂ ਸਾਰੇ ਮੈਨੂੰ ਸਲਾਹ ਦਿਓ ਕਿ ਮੈਂ ਕੀ ਕਰਾਂ। ਇਹਨੇ ਆਪਣੇ ਮਨ ਦੀ ਗੱਲ ਦੱਸੀ ਹੈ। ਜਿਸ ਪ੍ਰਕਾਰ ਚਿਤਵਤ ਚਿਤ ਪਾਪ ਇਹ ਪਾਪ ਮੇਰੇ ਮਨ ਵਿੱਚ ਹੈ, ਪਰ ਪਾਪ ਕਰਨ ਵਾਲਾ ਬੰਦਾ ਹੈ ਥੋੜੀ ਕਹਿੰਦਾ ਮੇਰੇ ਮਨ ਵਿੱਚ ਪਾਪ ਹੈ। ਮਹਾਰਾਜ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰ। ਪਾਪ ਲੱਗਦਾ ਤੇ ਬੜਾ ਬੁਰਾ ਹੈ, ਪਰ ਜਿਹੜਾ ਪਾਪੀ ਹੁੰਦਾ ਉਹਨੂੰ ਬੜਾ ਚੰਗਾ ਲੱਗਦਾ। ਪਾਪ ਕਰਨ ਵਾਲੇ ਨੂੰ ਪਾਪ ਨਹੀਂ ਬੁਰਾ ਲੱਗਦਾ ਕਿਉਂਕਿ ਉਹਦਾ ਕਰਮ ਹੈ, ਉਹ ਪਾਪ ਕਰੇਗਾ। ਇਹ ਹੈ ਤੇ ਪਾਪੀ ਕਰਨ ਤੇ ਪਾਪ ਲੱਗਾ, ਪਰ ਇਹਨੂੰ ਪਾਪ ਦਾ ਡਰ ਕੋਈ ਨਹੀਂ ਹੈ। ਆਪਣੇ ਪਾਪ ਨੂੰ ਆਪਣੇ ਕਪਟ ਨੂੰ ਇਸਨੇ ਆਪਣੇ ਵਜ਼ੀਰਾਂ ਦੇ ਵਿੱਚ ਰੱਖਿਆ ਹੈ। ਮੈਂ ਚਾਹਤ ਗੁਰ ਤੇ ਗਜਲ ਨੂੰ ਮੈਂ ਚਾਹੁੰਦਾ ਹਾਂ ਗੁਰੂ ਕੋਲੋਂ ਹਾਥੀ ਲੈਣਾ। ਵਜ਼ੀਰਾਂ ਨੇ ਪੁੱਛਿਆ ਬਾਦਸ਼ਾਹ ਕੀ ਚਾਹੁੰਦਾ, ਰਾਜਨ ਕੀ ਚਾਹੁੰਦੇ ਹੋ? ਕਹਿਣ ਲੱਗਾ ਗੁਰੂ ਕੋਲ ਪ੍ਰਸਾਦੀ ਹਾਥੀ ਹੈ, ਮੈਂ ਚਾਹੁੰਦਾ ਕਿ ਮੈਨੂੰ ਮਿਲ ਜਾਣਾ ਕਰੇ। ਅਚਰਜ ਮਹਾ ਵਿਲੋਕਨ ਕੀ ਉਹ ਹਾਥੀ ਬੜਾ ਅਚਰਜ ਹੈ, ਬੜਾ ਸਿਆਣਾ। ਇਹੋ ਜਿਹਾ ਹਾਥੀ ਮੈਂ ਕੋਈ ਨਹੀਂ ਵੇਖਿਆ। ਮੈਂ ਉਹ ਹਾਥੀ ਗੁਰੂ ਤੋਂ ਲੈ ਕੇ ਆਉਣਾ। ਉਹਦੇ ਵਾਸਤੇ ਤੁਸੀਂ ਸਾਰੇ ਸਲਾਹ ਦਿਓ ਕਿ ਮੈਂ ਕਿਹੜੀ ਚਲਾਕੀ ਕਰਾਂ ਜਿਹੜਾ ਮੇਰਾ ਦਾ ਗੁਰੂ ਘਰ ਦੇ ਵਿੱਚ ਬੈਠ ਜਾਵੇ। ਇਹ ਆਪਣੇ ਮੰਤਰੀਆਂ ਨਾਲ ਕਿਵੇਂ ਸਲਾਹ ਕਰਦਾ ਹੈ, ਮੰਤਰੀ ਨੂੰ ਕੀ ਸਲਾਹ ਦਿੰਦੇ ਨੇ। ਇਹ ਗੁਰੂ ਘਰ ਆ ਕੇ ਗੁਰੂ ਪਾਤਸ਼ਾਹ ਦੇ ਸਾਹਮਣੇ ਕਿਹੜਾ ਪ੍ਰੇਮ ਕਰੇਗਾ, ਕਿਹੜਾ ਸ਼ਰ ਕਰੇਗਾ। ਇਹ ਵਚਨ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਖੁਦਾ ਦੀ ਮਾਫੀ ਵਚਨ ਇਤਿਹਾਸ ਹਿਰਦੇ ਵਿੱਚ ਖੁਦਾ ਮਾਫ ਕਰਨੀਆਂ ਲੇਖਾ ਕਤਹਿ ਨ ਛੁੱਟੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਕਿਸਾਨ ਅੰਦੋਲਨ ਚੱਲ ਰਹੇ ਹਨ ਉਹਨਾਂ ਦੇ ਵਾਸਤੇ ਰਸਤਾਂ ਬਸਤਾਂ ਦੂਰ ਕਰ ਜਾ ਰਹੀਆਂ ਨੇ। ਜਿਸ ਤਰ੍ਹਾਂ ਚੌਲ ਰਾਜਮਾ ਇਤਿਆਦਿ ਦੀਆਂ ਸੁੱਕਾ 1 ਤਰੀਕ ਨੂੰ ਕੱਢੀ ਜਾਣੀ ਹੈ ਸਮਾਨ ਲੈ ਕੇ। ਇਹਦਾ ਸੰਤਾਂ ਨੇ ਸਾਪਣਾ ਹੈ, ਉਹਨਾਂ ਨੂੰ ਬੇਨਤੀ ਹੈ ਆਪਣੀ ਕਮਾਈ ਨੂੰ ਸੌਦਾ ਕਰਨਾ ਯਤਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਜੀ ਜਿਤਾ ਸਮੁੰਦ ਸਾਗਰ ਨੀਰ ਭਰਿਆ ਤਿਤੇ ਅਗੁਣ ਹਮਾਰੇ ਦਇਆ ਕਰੋ ਕਿਛ ਮੇਰੀ ਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਦਿਨ ਬਰਾਬਰ ਤਪੈ ਭੀਤਰ ਵਗੈ ਕਤੀ ਪ੍ਰਣਵਤ ਨਾਲ ਹੁਕਮ ਪਛਾਣੈ